हाँ भाई, जद गुरु नानक देव जी महाराज हिंदुस्तान ਦੇ बहुत सारे ਹਿੱਸਿਆਂ ਵਿੱਚ ਨਾਮ ਦਾ ਪ੍ਰਚਾਰ, ਸ਼ਬਦ ਦਾ ਪ੍ਰਚਾਰ, ਨਾਮ ਦਾ ਦਾਨ ਦਿੰਦੇ ਫਿਰਦੇ ਸਮੇਰ ਪਰਬਤ ਉੱਪਰ ਗਏ ਹਿਮਾਲਿਆ ਤੇ। ਉੱਥੇ ਕੁਝ ਸਿੱਧ ਮੰਡਲੀ ਨਜ਼ਰ ਪਈ ਜੋ ਘਰ-ਬਾਰਾਂ ਨੂੰ ਛੱਡ ਕੇ ਜੰਗਲਾਂ 'ਚ ਡੇਰੇ ਲਾਏ ਹੋਏ ਸਨ ਔਰ ਉਹ ਕੰਦ ਮੂਲ ਚੁੱਕ ਕੇ ਖਾਣਾ, ਦਰਖਤਾਂ ਦੇ ਫਲ ਖਾਣੇ, ਇਸੇ ਨੂੰ ਹੀ ਮੁਕਤੀ ਸਮਝਦੇ ਸਨ। ਉਸ ਵਕਤ ਦੇ ਅੰਦਰ ਬਹੁਤ ਸਾਰੇ ਯੋਗੀਆਂ ਦਾ, ਜਿਸ ਤਰ੍ਹਾਂ ਗੋਰਖਨਾਥ, ਭਰਤਰੀ, ਗੋਪੀ ਚੰਦ, ਹੋਰ ਵੀ ਕਈ ਨਾਥ ਮਸ਼ਹੂਰ ਸਨ ਔਰ ਰਾਜੇ ਮਹਾਰਾਜੇ ਉਹਨਾਂ ਦੇ ਚੇਲੇ ਬਣੇ ਸਨ, ਜੋ ਕਿ ਉਹ ਰਾਜਿਆਂ ਦੇ ਚੇਲੇ ਬਣਨ ਕਰਕੇ ਹੋਰ ਪਬਲਿਕ ਵੀ ਬਹੁਤ ਯੋਗ ਧਾਰਨ ਕਰ ਚੁੱਕੀ ਸੀਗੀ। ਜਦੋਂ ਉਹ ਸਿੱਧ ਸਾਰੇ ਨਜ਼ਰ ਪਏ ਗੁਰੂ ਨਾਨਕ ਦੇ, ਉੱਥੇ ਗੁਰੂ ਨਾਨਕ ਜੀ ਚਲੇ ਗਏ, ਕਿਉਂਕਿ ਉਹਨਾਂ ਨੂੰ ਤਾਂ ਬਹੁਤ ਵਕਤ ਹੋ ਗਿਆ ਸੀਗਾ ਦੁਨੀਆ 'ਚੋਂ ਹਿਮਾਲਿਆ ਤੇ ਗਿਆ ਨੂੰ। ਉਹ ਗੁਰੂ ਨਾਨਕ ਨੂੰ ਪੁੱਛਦੇ ਹੈ ਕਿ ਸੰਸਾਰ ਦਾ ਕੀ ਵਰਤਾਰਾ ਹੈ, ਕੀ ਹੋ ਰਿਹਾ ਹੈ। ਹੋਰ ਵੀ ਕਈ ਕਿਸਮ ਦੇ ਸਵਾਲ ਕਰਦੇ ਹੈ ਕਿ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਣਾ ਹੈ, ਪਰਮਾਤਮਾ ਕਿੱਥੇ ਹੈ ਔਰ ਕਿਹਦੀ ਸ਼ਰਨ ਪ੍ਰਾਪਤ ਕਰਕੇ ਮਿਲਿਆ ਜਾ ਸਕਦਾ ਹੈ। ਗੁਰੂ ਨਾਨਕ ਜੀ ਉਹਨਾਂ ਦੇ ਸਵਾਲਾਂ ਦਾ ਜਵਾਬ ਬੜਾ ਡਿਟੇਲਵਾਰ, ਪਿਆਰ ਨਾਲ, ਠੰਡੇ ਦਿਲ ਨਾਲ ਦੇ ਰਹੇ ਹੈ। ਗੌਰ ਨਾਲ ਸੁਣੋ। ਸਿੱਧਾਂ ਦੀ, ਯੋਗੀਆਂ ਦੀਆਂ ਉਮਰਾਂ ਬੜੀਆਂ ਸਨ, ਲੰਮੀਆਂ ਸਨ। ਗੁਰੂ ਨਾਨਕ ਦੀ ਉਮਰ ਛੋਟੀ ਸੀ। ਉਹਨਾਂ ਨੂੰ ਇਹ ਹੰਕਾਰ ਸੀ ਕਿ ਇੱਕ ਬਾਲਕਾ ਸਾਨੂੰ ਕੀ ਸਮਝਾ ਸਕਦਾ ਹੈ, ਸਾਡੀ ਉਮਰ ਵੱਡੀ ਹੈ। ਫਿਰ ਉਹਨਾਂ ਨੂੰ ਇਹ ਸੀ ਕਿ ਅਸੀਂ ਤਾਂ ਆਪ ਦੇ ਯੋਗ ਦੇ ਵੱਲ ਨਾ ਇੱਥੇ ਪਹੁੰਚੇ ਆ ਐਡੇ ਉੱਚੇ, ਇਹ ਕਿਸ ਤਰ੍ਹਾਂ ਆ ਗਿਆ। ਹੋਰ ਵੀ ਇਹਦੇ ਨਾਲ ਦੋ ਆਦਮੀ ਹਨ, ਬਾਲਾ ਮਰਦਾਨਾ। ਆਖਰ ਉਹ ਪੁੱਛਣ ਲੱਗੇ, ਸਿੱਧ ਪੁੱਛਣ ਨਾਨਕਾ, ਮਾਤ ਲੋਕ ਦਾ ਕੀ ਵਰਤਾਰਾ, ਉੱਥੇ ਕੀ ਵਰਤ ਰਿਹਾ ਹੈ, ਕੀ ਹੋ ਰਿਹਾ ਹੈ। ਹਾਂ, ਸ਼ਲੋਕ ਮਹਲਾ ਪਹਿਲਾ। ਸਾਚ ਕਾਲ ਕੂੜ ਵਰਤਿਆ, ਕਾਲ ਕਾਲਖ ਬੇਤਾਲ। ਹੁਣ ਆਪ ਕਹਿੰਦੇ ਆ ਕੀ ਦੱਸਾਂ ਤੁਹਾਨੂੰ ਸਿੱਧੋ, ਸੱਚ ਦਾ ਤਾਂ ਦੁਨੀਆ 'ਚ ਕਾਲ ਹੀ ਪੈ ਗਿਆ ਹੈ। ਕੂੜ, ਝੂਠ ਬੋਲਣਾ ਪ੍ਰਧਾਨ ਹੋ ਗਿਆ ਹੈ ਔਰ ਆਤਮਾ ਪਾਪਾਂ ਦੀ ਦਲ ਹੇਠ ਦਬ ਚੁੱਕੀ ਹੈ। ਜੀਵ ਉਹ ਪਾਪਾਂ ਦੇ ਥੱਲੇ ਆ ਕੇ ਭੰਬਲ ਭੂਸੇ ਖਾਂਦੇ ਫਿਰਦੇ ਹੈ, ਭੂਤਰਿਆਂ ਦੀ ਤਰ੍ਹਾਂ ਹੋਏ ਫਿਰਦੇ ਹੈ। ਬਿਓ ਬੀਜ ਪਤ ਲੈ ਗਏ, ਅਬ ਕਿਉ ਉਗਵੇ ਦਾਲ। ਹੁਣ ਆਪ ਕਹਿੰਦੇ ਆ ਸਤਯੁਗ ਦੇ ਅੰਦਰ ਜਿਹੜੀਆਂ ਆਤਮਾ ਇਸ ਸੰਸਾਰ ਵਿੱਚ ਆਈਆਂ ਸਨ, ਉਹ ਆਪਣੀ ਪਤ ਆਬਰੋ ਸਾਥ ਲੈ ਗਏ ਹੈ ਔਰ ਹੁਣ ਕੀ ਹੈ, ਦਾਲ ਹੋ ਗਈ ਹੈ। ਇਹ ਕਿਸ ਤਰ੍ਹਾਂ ਉਗ ਸਕਦੀ ਹੈ ਕਿ ਉਦੋਂ ਸਤ ਧਾਰਨ ਕਰਦੇ ਸੀ। ਸਤਯੁਗ ਦੇ ਵਿੱਚ ਥੋੜੇ ਜਿਹੇ ਇਸ਼ਾਰੇ ਨਾਲ ਪਰਮਾਤਮਾ ਦੀ ਤਰਫ ਸਾਡਾ ਮਨ ਲੱਗ ਜਾਂਦਾ ਸੀਗਾ। ਸਤ ਧਾਰਨ ਕਰਨ ਦੇ ਨਾਲ ਹੀ, ਵਿਵੇਕ ਬੁੱਧੀ ਪੈਦਾ ਕਰਨ ਦੇ ਨਾਲ ਹੀ ਅਸੀਂ ਪਰਮਾਤਮਾ ਨੂੰ ਮਿਲ ਜਾਂਦੇ ਸਾਂ। ਔਰ ਸਤਯੁਗ, ਸਤ और त्रेता जगी, द्वापर पूजा चार, तीनों जुग तीनों दड़, कल केवल नाम उधार। जे एक होए ता उगवे, रोती हो रुत
ਸਾਰੇ ਦਾਣੇ ਦਾਲ ਬਣ ਗਏ ਹੈ। ਅਗਰ ਇੱਕ ਵੀ ਸਾਬਤ ਹੋਵੇ ਤਦ ਹੀ ਉਗ ਸਕਦਾ ਹੈ ਕਿ ਪਹਿਲਾਂ ਰਿਖੀ ਮੁਨੀ ਸੰਸਾਰ ਵਿੱਚ ਅੱਛੇ ਸਨ। ਉਹ ਜਪ ਤਪ ਖੁਦ ਵੀ ਕਰਦੇ ਸਨ, ਜੀਵਾਂ ਤੋਂ ਕਰਾਉਂਦੇ ਵੀ ਸਨ। ਕਹਿਣ ਲੱਗੇ ਇਸ ਵੇਲੇ ਅਗਰ ਕੋਈ ਧਨੀ ਆਦਮੀ ਹੋਵੇ ਵੀ, ਜਗ ਕਰੇ ਵੀ, ਪਰ ਕਰਾਉਣ ਵਾਲੇ ਹੈ ਨਹੀਂ ਗੇ, ਫਿਰ ਉਹ ਕਹਿਣ ਲੱਗੇ ਉਹ ਰੁੱਤ ਚਾਹੀਦੀ ਹੈ। ਜਿਸ ਰੁੱਤ ਦੇ ਵਿੱਚ ਬੀਜ ਪੱਕ ਕੇ ਸਾਡੇ ਘਰ ਆਉਂਦਾ ਹੈ, ਅਗਰ ਬੇਮੌਸਮਾਂ ਬੇਰੁੱਤਾਂ ਆਪਾਂ ਬੀਜ ਬੀਜਾਂਗੇ ਉਹ ਕਦੇ ਵੀ ਘਰ ਵਿੱਚ ਨਹੀਂ ਆਉਂਦਾ ਗਾ। ਕਿਉਂਕਿ ਪਿਛਲੇ ਯੁੱਗਾਂ ਦਾ ਸਤਯੁਗ ਦਾ ਧਰਮ ਸਤ ਧਾਰਨ ਕਰਕੇ ਅਸੀਂ ਮੁਕਤੀ ਪ੍ਰਾਪਤ ਕਰ ਲੈਂਦੇ ਸੀਗੇ। ਔਰ ਤ੍ਰੇਤੇ ਦੇ ਅੰਦਰ ਯੱਗ ਕਰਨਾ, ਹੋਮ ਕਰਨਾ, ਔਰ ਦੁਆਪਰ ਦੇ ਵਿੱਚ ਪੂਜਾ ਕਰਕੇ ਸਮੱਗਰੀ ਵਗੈਰਾ ਇਕੱਠੀ ਕਰ ਲੈਂਦੇ ਸਨ। ਉਹਨਾਂ ਯੁੱਗਾਂ ਦੇ ਅੰਦਰ ਅੱਛੇ ਰਿਖੀ ਮੁਨੀ ਸਨ। ਐਸਾ ਕੋਈ ਰਿਖੀ ਮੁਨੀ ਇਸ ਵੇਲੇ ਸੰਸਾਰ 'ਚ ਉਹ ਵਿਧੀ ਪੂਰਵਕ ਯੱਗ ਨਹੀਂ ਕਰਾ ਸਕਦਾ। ਫਿਰ ਹੁਣ ਉਹ ਸਤਯੁਗ ਵਾਲੀ ਰੁੱਤ ਨਹੀਂ, ਹੁਣ ਕਲਯੁਗ ਹੈ। ਕਲਯੁਗ ਦੇ ਵਿੱਚ ਨਾਮ 'ਚ ਮੁਕਤੀ ਹੈ, ਸ਼ਬਦ ਦੀ ਕਮਾਈ 'ਚ ਮੁਕਤੀ ਹੈ। ਹੁਣ ਸਾਨੂੰ ਜਿਸ ਯੁੱਗ ਵਿੱਚ ਪੈਦਾ ਹੋਏ हैं ਉਹੀ ਸਾਨੂੰ ਸਾਧਨ ਅਪਣਾਉਣਾ ਪੈਂਦਾ ਹੈ। ਅਪਣਾਵਾਂਗੇ ਤਦ ਹੀ ਅਸੀਂ ਕਾਮਯਾਬ ਹੋਵਾਂਗੇ। स्वामी जी महाराज कहते हैं कल युग में कर्म धर्म ना कोई, ना बिना उदार ना होई। नानक पाहै बाहरा कोरे रंग न सोए। आप कहने लगे जिस तरह कपड़ा कोरा हुंदा है, जब तक उसनूं आपां फड़कड़ी दी पाण ना दे लईए ਉਹਨਾਂ ਚਿਕਰ ਉਹਨੂੰ ਅੱਛਾ ਰੰਗ, ਗੂੜਾ ਰੰਗ ਨਹੀਂ ਚੜ੍ਹਦਾ ਗਾ। ਇੰਨਾ ਚਿਕਰ ਅਸੀਂ ਸਿਮਰਨ ਕਰਕੇ ਆਪਣੀ ਆਤਮਾ ਨੂੰ ਨਾਮ ਦੀ ਪਾ ਨਹੀਂ ਦਿੰਦੇ ਗੇ, ਸਤਿਗੁਰਾਂ ਕੋਲੇ ਜਾ ਕੇ ਨਾਮ ਦਾ ਰੰਗ ਨਹੀਂ ਚੜਾਉਂਦੇ ਗੇ, ਉਹਨਾਂ ਚਿਕਰ ਸਾਡਾ ਮਨ ਦੇ ਉੱਤੇ ਉਹ ਗੂੜਾ ਰੰਗ ਨਹੀਂ ਚੜ੍ਹਦਾ ਗਾ। ਬੇਸ਼ੱਕ ਅਸੀਂ ਕਿਤਨਾ ਵੀ ਪ੍ਰੇਮ ਪਿਆਰ ਨਾਲ ਪੜ੍ਹ ਲਈਏ, ਧੂਪ ਦਿਖਾ ਲਈਏ। पैर च खुंग चढ़ाइए धर्म पाओ तन होए। ਕਿਹੜੀ ਚੀਜ਼ ਦੀ ਪਾ ਦੇਣੀ ਹੈ? ਸਭ ਤੋਂ ਪਹਿਲਾਂ ਤਾਂ ਭੈ ਵਿੱਚ ਖੁੰਬ ਚੜਾਈਏ। ਪਰਮਾਤਮਾ ਦਾ ਡਰ ਹੋਵੇ, ਖੌਫ ਹੋਵੇ, ਔਰ ਬੁਰੇ ਕਰਮਾਂ ਦੀ ਕਰਨ ਤੋਂ ਪਹਿਲਾਂ ਹੀ ਸਾਨੂੰ ਸ਼ਰਮ ਆਵੇ ਕਿ ਮੈਂ ਇੱਕ ਇਨਸਾਨ ਹਾਂ, ਇਹ ਬੁਰਾਈ ਮੇਰੇ ਵਾਸਤੇ ਕੀ ਸੋਭਾਦਾਇਕ ਹੈ। ਸਾਨੂੰ ਪਤਾ ਹੀ ਹੈ ਜਦ ਅਸੀਂ ਪਰਮਾਤਮਾ ਤੋਂ ਭੈ ਮੰਨਦੇ ਹਾਂ, ਡਰ ਮੰਨਦੇ ਹਾਂ ਔਰ ਪਾਪਾਂ ਕਨੀ ਸ਼ਰਮ ਕਰਦੇ ਹਾਂ, तो ਅਸੀਂ ਜ਼ਰੂਰੀ ਹੈ ਕਿ ਨਾਮ ਦੀ ਕਮਾਈ ਵੀ ਕਰਾਂਗੇ। ਜਦ ਕਪੜਾ ਸਾਫ਼ ਹੋਏਗਾ, ਸ਼ਬਦ ਨਾਮ ਦਾ ਰੰਗ ਵੀ ਚੜੇਗਾ ਔਰ ਅਸੀਂ ਕਾਮਯਾਬ ਵੀ ਹੋਵਾਂਗੇ। बेशक कहने वाले कह दिंदे है ये जग मिठा अगला कहन डिठा, ये किराए पाउण वाला ख्याल है। असी भुल जाने हैं, अगे दसणगे कि जो कुछ असी करते हैं वो खुद असी ही भोगते हैं, आपां नूं ही भोगना पैंदा है। आपां नूं पता ही है, रिश्तेदारां तो डरदे, यारां दोस्तां तो डरदे, कदे भी आपां उन्हां दे खिलाफ कोई बुरा कर्म नहीं करते कि ये साडे मित्र और फैमिली वाले नाराज हो जाएंगे कि असी उस परमात्मा दा इन्हां दुनियावी मित्रां दा फैमिली मैंबरां जिन्हां भी कदे डर रखिया है मैं साडे ते। नानक भगति जेर पै कूड़े सोई ना कोई। हुण आप कहंदे है एक बारी भगती दा नाम दा रंग चढ़ जावे ਉਹ ਫੇਰ ਝੂਠ ਪਾਪ ਕੂੜ ਦੇ ਵਿੱਚ ਲਿਬੜਦਾ ਨਹੀਂਗਾ। ਕਬੀਰ ਸਾਹਿਬ ਕਹਿੰਦੇ ਆ ਜਿਨ ਕੋ ਸਤਿਗੁਰ ਰੰਗ ਦਿਆ ਕभी न ਹੋਏ ਕੋ ਰੰਗ, ਦਿਨ ਦਿਨ ਬਾਣੀ ਆਗਰੀ ਚੜੇ ਸਵਾਇਆ ਰੰਗ। महला पहला लाभ पाप दोए राजा मेहता कूड़ हुआ सिकदा
ਵਿਚਾਰ। ਗੁਰੂ ਨਾਨਕ ਸਿੱਧਾਂ ਨੂੰ ਕਹਿੰਦੇ ਆ, ਦੇਖੋ ਵੀ ਪਿਆਰਿਓ, ਜਿਹੜਾ ਲੋਭ ਹੈ ਉਹ ਤਾਂ ਇਸ ਯੁੱਗ ਦਾ ਰਾਜਾ ਹੈ, ਔਰ ਜਿਹੜਾ ਇਸ ਦਾ ਵਜ਼ੀਰ ਹੈ ਉਹ ਝੂਠ ਹੈ, ਔਰ ਇਹਨਾਂ ਨੂੰ ਸਲਾਹ ਦੇਣ ਵਾਲਾ ਜਿਹੜਾ ਚੌਧਰੀ ਹੈ ਉਹ ਕਾਮ ਹੈ। ਕਾਮ ਨੀਰ ਸਦ ਪੁੱਛੀਏ ਬੈ ਬੈ ਕਰੇ ਵਿਚਾਰ। ਹੁਣ ਆਪ ਕਹਿੰਦੇ ਕਿ ਜਦ ਕੋਈ ਨਿਆਂ ਕਰਨਾ ਹੈ ਕਾਮ ਨੂੰ ਸੱਦਦੇ ਹੈ, ਔਰ ਇਹਨਾਂ ਦਾ ਨਾਇਬ ਚੇਅਰਮੈਨ ਉਹ ਲੋਭ ਹੈ, ਔਰ ਬਹਿ ਬਹਿ ਕਰੇ ਵਿਚਾਰ ਕਿ ਕਲਯੁਗ ਦੇ ਜੀਵ ਕਾਮੀ, ਕ੍ਰੋਧੀ, ਲੋਭੀ ਦੁਨੀਆ ਦਾ ਨਿਆਂ ਕਰਨਗੇ ਔਰ ਲੋਕਾਂ ਨੂੰ ਰਸਤਾ ਵਿਖਾਉਣਗੇ, ਖੁਦ ਇਹਨਾਂ ਚੀਜ਼ਾਂ ਤੋਂ, ਰੋਗਾਂ ਤੋਂ ਬਚੇ ਨਹੀਂ ਹੋਣਗੇ, ਲੋਕਾਂ ਨੂੰ ਉਪਦੇਸ਼ ਦੇਣਗੇ ਕਿ ਬਚੋ ਵੀ ਪਿਆਰਿਓ, ਔਰ ਆਪ ਖੁਦ ਉਸ ਰੋਗ ਦੇ ਵਿੱਚ ਗਰਸੇ ਹੋਣਗੇ। ਅੰਧੀ ਰੈਯਤ ਗਿਆਨ ਵਿਹੂਣੀ ਪਾਏ ਪਰੇ ਮੁਰਦਾਰ। ਹੁਣ ਆਪ ਦੁਨੀਆ ਦੀ ਹਾਲਤ ਬਿਆਨ ਕਰਦੇ ਹੈ। ਕਿਸੇ ਨੂੰ ਸ਼ਬਦ ਨਾਮ ਦਾ ਗਿਆਨ ਨਹੀਂ, ਸ਼ਬਦ ਨਾਮ ਦਾ ਪਤਾ ਨਹੀਂ, ਸਤਸੰਗ ਦਾ ਗਿਆਨ ਨਹੀਂ ਕਿ ਕਿਉਂ ਕਰਨਾ ਹੈ, ਕਾਹਦੇ ਵਾਸਤੇ ਕਰਨਾ ਹੈ, ਮਹਾਤਮਾ ਦਾ ਗਿਆਨ ਨਹੀਂ ਕਿ ਮਹਾਤਮਾ ਕਿਸ ਤਰ੍ਹਾਂ ਸਾਡੇ ਤੇ ਦਇਆ ਕਰਦੇ ਹੈ ਔਰ ਕਿੰਨਾ ਉਹਨਾਂ ਦੇ ਦਿਲ ਵਿੱਚ ਸਾਡੇ ਵਾਸਤੇ ਆਦਰ ਹੈ, ਪਿਆਰ ਹੈ। ਆਪ ਕਹਿਣ ਲੱਗੇ ਦੁਨੀਆ ਗਿਆਨ ਤੋਂ ਬਿਨਾਂ ਅੰਧੀ ਹੈ ਔਰ ਪਾਪਾਂ ਦੇ ਥੱਲੇ ਦਬ ਗਈ ਹੈ ਔਰ ਮੁਰਦੇ ਦੀ ਤਰ੍ਹਾਂ ਹੋ ਗਈ ਹੈ, ਜਿਸ ਤਰ੍ਹਾਂ ਮੁਰਦਾ ਹਿੱਲ ਨਹੀਂ ਸਕਦਾਗਾ। ਇਹੀ ਹਾਲਤ ਸਾਡੀ ਦੁਨੀਆਦਾਰਾਂ ਦੀ ਹੈ। ਗਿਆਨੀ ਨਚੈ ਵਾਜੇ ਆਵੇ ਰੂਪ ਕਰੈ ਸਿਗਾਰ। ਪਿਆਰ ਦੇ ਨਾਲ ਕਹਿੰਦੇ ਆ, ਇਸ ਯੁੱਗ ਦੇ ਜੋ ਅੱਛੇ ਆਦਮੀ ਆਪਦੇ ਆਪ ਨੂੰ ਕਹਾਉਂਦੇ ਹੈ ਗਿਆਨੀ, ਆਚਾਰੀਆ, ਉਹ ਦੁਨੀਆ ਦੇ ਪਦਾਰਥਾਂ ਵਾਸਤੇ ਨੱਚਦੇ ਹੈ ਔਰ ਪਿਛਲੇ ਮਹਾਤਮਾ ਦੇ ਸਵਾਂਗ ਬਣਾ ਲੈਂਦੇ ਹੈ, ਜਿਸ ਤਰ੍ਹਾਂ ਰਾਮ ਕ੍ਰਿਸ਼ਨ ਜੀ ਮਹਾਰਾਜ ਦੇ ਬਣਾਉਂਦੇ ਹੈ, ਉਹੋ ਜਿਹਾ ਰੂਪ ਬਣਾ ਲੈਂਦੇ ਹੈ ਔਰ ਚੇਲੇ ਸਾਜ਼ ਵਜਾਉਂਦੇ ਹੈ। ਸਾਨੂੰ ਪਤਾ ਹੀ ਹੈ, ਅਗਰ ਆਪਾਂ ਸ਼ੇਰ ਦੀ ਖੱਲ ਪਾ ਲਈਏ, ਸ਼ੇਰ ਵਾਲੇ ਗੁਣ ਆਪਣੇ ਵਿੱਚ ਨਹੀਂ ਆਉਂਦੇਗੇ, ਆਪਾਂ ਜੋ ਹੈ ਸੋ ਹੈ। ਇਸੇ ਤਰ੍ਹਾਂ ਅਗਰ ਆਪਾਂ ਕਿਸੇ ਮਹਾਤਮਾ ਦਾ, ਪੀਰ ਪਕੰਬਰ ਦਾ ਕੋਈ ਸਾਂਗ ਧਾਰਨ ਕਰ ਲਈਏ, ਉਹੋ ਜਿਹੇ ਕੱਪੜੇ ਪਾ ਲਈਏ, ਆਪਣੇ ਅੰਦਰ ਉਹ ਸ਼ਕਤੀ ਨਹੀਂ ਆਉਂਦੀ ਜੋ ਕਿ ਉਸ ਪੀਰ ਪਕੰਬਰ ਦੇ ਅੰਦਰ ਸੀ। ਉੱਚੇ ਕੂ ਕਹਿ ਵਾਦਾ ਗਾਵੇ ਜੋਦਾ ਕਾ ਵਿਚਾਰ। ਆਪ ਕਹਿਣ ਲੱਗੇ ਉਸ ਸਭਾ ਦੇ ਅੰਦਰ ਬੜੀਆਂ ਉੱਚੀਆਂ ਉੱਚੀਆਂ ਹੇਕਾਂ ਬਾਜੇ ਜੋੜੀਆਂ ਦੇ ਉੱਤੇ ਲਾਉਂਦੇ ਹਨ ਔਰ ਨਾਮ ਸ਼ਬਦ ਦਾ ਕੋਈ ਪ੍ਰਚਾਰ ਨਹੀਂ ਹੁੰਦਾ। ਜੋ ਪਿੱਛੇ ਸੂਰਮੇ ਯੋਧੇ ਬਹਾਦਰ ਹੋ ਗੁਜ਼ਰੇ ਹੈ, ਉਹਨਾਂ ਦੀਆਂ ਵਾਰਾਂ ਗਾਉਂਦੇ ਹੈ, ਉਹਨਾਂ ਦੀਆਂ ਸਿਫਤਾਂ ਕਰਦੇ ਹੈ ਕਿ ਫਲਾਨਾ ਸੂਰਮਾ ਇਸ ਤਰ੍ਹਾਂ ਹੋਇਆ, ਫਲਾਨਾ ਇਸ ਤਰ੍ਹਾਂ ਹੋਇਆ। ਕੁਛ ਆਦਮੀਆਂ ਨੇ ਪਰਮ ਪਿਤਾ ਕਿਰਪਾਲ ਨੂੰ ਪੁੱਛਿਆ ਸੀਗਾ ਕਿ ਦੁਨੀਆ 'ਚ ਸ਼ਾਂਤੀ ਕਿਸ ਤਰ੍ਹਾਂ ਹੋ ਸਕਦੀ ਹੈ। ਉਹਨਾਂ ਨੇ ਬੜਾ ਅੱਛਾ ਪਿਆਰਾ ਜਵਾਬ ਦਿੱਤਾ। ਉਹ ਕਹਿਣ ਲੱਗੇ, ਜਿਤਨੇ ਵੀ ਸੰਤਾਂ ਮਹਾਤਮਾ ਗੁਰੂ ਪੀਰਾਂ ਨੇ ਗ੍ਰੰਥ ਲਿਖੇ ਹਨ, ਉਹਨਾਂ ਦੇ ਉੱਤੇ ਅਮਲ ਕਰ ਲਈਏ ਤਾਂ ਦੁਨੀਆ 'ਚ ਅਮਨ ਹੋ ਸਕਦਾ ਹੈ। ਮੂਰਖ ਪੰਡਤ ਹਿਕਮਤ ਜਤ ਸੰਜੈ ਕਰੈ ਪਿਆਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਜਿਹੜੇ ਅਤੀ ਮੂਰਖ ਹੋਣਗੇ, ਜਿਨ੍ਹਾਂ ਨੂੰ ਸੁਰਤ ਸ਼ਬਦ ਅਭਿਆਸ ਦਾ ਗਿਆਨ ਨਹੀਂ, ਨਾਮ ਦਾ ਗਿਆਨ ਨਹੀਂ, ਉਹਨਾਂ ਨੂੰ ਲੋਕ ਪੰਡਤ ਕਹਿਣਗੇ ਔਰ ਉਹ
ਜਦੋਂ ਨਾਮ ਦੇ ਗਿਆਨ ਨਹੀਂ, ਭਗਤੀ ਪ੍ਰਮਾਤਮਾ ਦੀ ਕੀ ਕਰਨੀ ਹੈ, ਬਲਕਿ ਉਹ ਤਾਂ ਹੁਜਤਾਂ ਕਰਦੇ ਹੈ ਕਿ ਫਲਾਣੇ 'ਚ ਇਹ ਨੁਕਸ ਹੈ, ਫਲਾਣੇ 'ਚ ਇਹ ਨੁਕਸ ਹੈ, ਬਲਕਿ ਉਹ ਲੋਕ ਤਾਂ ਦੁਨੀਆ ਦੀਆਂ ਸਮਾਜਾਂ ਦੀਆਂ ਵੰਡੀਆਂ ਪਾਉਂਦੇ ਹੈ। ਇੱਕ ਦੂਸਰੇ ਦੇ ਨਾਲ ਲੜਾਉਣਾ ਝਗੜਾਉਣਾ ਹੀ ਉਹਨਾਂ ਕੋਲ ਹਿਕਮਤ ਹੁੰਦੀ ਹੈ। ਆਪ ਕਹਿਣ ਲੱਗੇ ਮੀਆਂ ਬੀਬੀ ਇਸ ਕਲਯੁਗ ਦੇ ਵਿੱਚ ਸਿਰਫ ਭੋਗ ਵਾਸ਼ਨਾ ਵਾਸਤੇ ਹੀ ਇੱਕ ਦੂਜੇ ਨਾਲ ਪਿਆਰ ਕਰਨਗੇ, ਇੱਕ ਦੂਜੇ ਨਾਲ ਮੁਹੱਬਤ ਕਰਨਗੇ। ਧਰਮੀ ਧਰਮ ਕਰੇਗਾ ਵਾਵਹਿ ਮੰਗੇ ਮੁਖ ਦੁਆਰ। ਹੁਣ ਆਪ ਕਹਿੰਦੇ ਆ ਜਿਹੜੇ ਅੱਛੇ ਆਦਮੀ ਹੋਣਗੇ ਇਹ ਯੁੱਗ ਦੇ ਅੰਦਰ ਉਹ ਧਰਮ ਤਾਂ ਜ਼ਰੂਰ ਕਰਨਗੇ, ਲੇਕਿਨ ਉਸ ਦਾ ਫਲ ਗਵਾ ਲੈਣਗੇ, ਕਿਉਂਕਿ ਉਸ ਥਾਂ ਹੀ ਉਹ ਮਹਾਤਮਾ ਨੂੰ ਕਹਿੰਦੇ ਆ ਕਿ ਤੁਸੀਂ ਜੀ ਦਇਆ ਕਰੋ ਜਾਂ ਅਰਦਾਸ ਕਰੋ ਸਾਡਾ ਬੱਚਾ ਰਾਜੀ ਹੋ ਜਾਵੇ, ਜਾਂ ਸਾਡਾ ਕਾਰੋਬਾਰ ਜਿਹੜਾ ਹੈ ਉਹ ਅੱਛਾ ਚੱਲ ਪਵੇ, ਜਾਂ ਸਾਡੇ ਸਰੀਰ ਨੂੰ ਤੰਦਰੁਸਤੀ ਮਿਲ ਜਾਵੇ, ਜਾਂ ਕੋਈ ਮੁਕੱਦਮਾ ਹੈ ਤਾਂ ਉਹਦੇ ਮੁਤਲਕ ਕਹਿੰਦੇ ਆ ਕਿ ਫਤਿਹ ਹੋ ਜਾਵੇ। ਔਰ ਜਿਹੜੇ ਇਦੋਂ ਸਿਆਣੇ ਆ ਉਹ ਕਹਿੰਦੇ ਜੀ ਕਿ ਸਾਨੂੰ ਮੁਕਤੀ ਮਿਲ ਜਾਏਗੀ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਆ ਜਿਹੜੇ ਲੋਕ ਧਰਮ ਕਰਨਗੇ ਉਹ ਵੀ ਗਵਾ ਲੈਣਗੇ ਔਰ ਉਸੇ ਬੂਹੇ ਤੇ ਹੀ ਉਹ ਉਸ ਦਾ ਫਲ ਮੰਗਣਗੇ। ਮੈਂ ਦੱਸਦਾ ਹੁੰਦਾ ਹੈ ਕਿ ਪਿੰਡ ਗਣੇਸ਼ਗੜ੍ਹ ਦੇ ਅੰਦਰ ਇੱਕ ਆਦਮੀ ਦੇ ਕਾਫੀ ਚੋਟ ਲੱਗੀ ਲੱਤ ਤੇ, ਉਸ ਸੰਗ ਚ ਆ ਨਹੀਂ ਸਕਦਾ ਸੀਗਾ। ਉਹ ਕਹਿਣ ਲੱਗਿਆ ਅਗਰ ਤੁਸੀਂ ਮਹਾਰਾਜ ਨੂੰ ਇੱਥੇ ਲਿਆਓ ਤਾਂ ਮੈਂ ਧੰਨਵਾਦੀ ਹੋਊਂਗਾ। ਉਸ ਪਰਮ ਪਿਤਾ ਕਿਰਪਾਲ ਦੇ ਨਾਲ ਮੈਂ ਗਿਆ ਉਸ ਬੰਦੇ ਦੇ ਘਰ, ਚਾਹ ਕੀਤੀ। ਉਹ ਕਹਿਣ ਲੱਗਿਆ ਕਿ ਚਾਹ ਮਗਰੋਂ ਪੀਓ ਮਹਾਰਾਜ ਜੀ, ਪਹਿਲਾਂ ਮੇਰੇ ਇਸ ਚੋਟ ਵਾਲੇ ਥਾਂ ਦ੍ਰਿਸ਼ਟੀ ਪਾਓ। ਹੁਣ ਤੁਸੀਂ ਖੁਦ ਸੋਚ ਕੇ ਦੇਖ ਸਕਦੇ ਹੋ ਕਿ ਕਿਤਨੇ ਕੁ ਦੀ ਉਹ ਚਾਹ ਹੋਏਗੀ, ਲੇਕਿਨ ਮੰਗ ਕਿੰਨੀ ਵੱਡੀ ਹੁੰਦੀ ਹੈ। ਅਸੀਂ ਇੱਕ ਚਾਹ ਦੀ ਪਿਆਲੀ ਵੀ ਕਿਸੇ ਨੂੰ ਨਿਰਸਵਾਰਥ ਪਿਆ ਨਹੀਂ ਸਕਦੇ, ਉਹਦੇ ਵਿੱਚ ਵੀ ਕੋਈ ਨਾ ਕੋਈ ਮੰਗ ਰੱਖਦੇ ਹਾਂ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਅਗਰ ਪ੍ਰਮਾਤਮਾ ਸਾਡੇ ਤੇ ਮਿਹਰ ਕਰਦਾ ਹੈ, ਦਇਆ ਕਰਦਾ ਹੈ, ਸਾਨੂੰ ਉਹ ਕੋਈ ਧਨ ਪਦਾਰਥ ਦਿੰਦਾ ਹੈ, ਅਗਰ ਅਸੀਂ ਸੱਜੇ ਹੱਥ ਨਾਲ ਦਾਨ ਕਰਦੇ ਹਾਂ, ਖੱਬੇ ਨੂੰ ਪਤਾ ਨਾ ਲੱਗੇ, ਸਾਨੂੰ ਉਸ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਜਿਹਨੇ ਸਾਨੂੰ ਇਸ ਕਾਬਿਲ ਬਣਾਇਆ ਕਿਸੇ ਦੀ ਮਦਦ ਕਰਨ ਵਾਸਤੇ। ਜਤੀ ਸਦਾ ਹੈ ਜੁਗਤ ਨ ਜਾਣੇ, ਛੱਡ ਬਹਿ ਕਰ ਵਾਰ। ਸਿੱਧਾ ਨੂੰ ਇਹ ਸੀ ਕਿ ਇਹ ਗ੍ਰਸਤੀ ਹੈ ਨਾਨਕ, ਅਸੀਂ ਯੋਗੀ हैं, ਕਦੇ ਔਰਤ ਦੀ ਸ਼ਕਲ ਨਹੀਂ ਦੇਖੀ। ਲੇਕਿਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਮੁਖਾਤਬ ਕਰਕੇ ਕਹਿੰਦੇ ਆ ਵੀ ਦੇਖੋ ਪਿਆਰਿਓ, ਘਰੇ ਔਰਤ ਛੱਡਿਆ ਹੈ ਕਿ ਫੁਲਕੇ ਬਗੈਰ ਸਰ ਗਿਆ, ਕਹਾਂ ਕਿੰਨੀਆਂ ਔਰਤਾਂ ਅੱਗੇ ਹੱਥ ਤੁਹਾਨੂੰ ਕਰਨੇ ਪਏ। ਘਰ ਦੀ ਆਪਣੀ ਜਾਇਦਾਦ ਛੱਡ ਕੇ ਹੋਰਾਂ ਤੇ ਆ ਕੇ ਮੇਰ ਕਰਨੀ ਪਈ। ਇੱਥੇ ਵੀ ਕਿੰਨੇ ਝਗੜੇ ਕਰਨੇ ਪੈਂਦੇ ਹੈ। ਔਰ ਆਪ ਕਹਿਣ ਲੱਗੇ ਤੁਸੀਂ ਜਤੀ ਦਾ ਸਦਾਉਨੇ ਹੋ ਕਿ ਅਸੀਂ ਜਤੀ ਹੈ, ਲੇਕਿਨ ਜੁਗਤੀ ਦਾ ਨਹੀਂ ਪਤਾ ਤੁਹਾਨੂੰ ਕਿ ਉਹ ਕਿਸ ਜੁਗਤੀ ਧਾਰਨ ਕਰਕੇ ਜਤੀ ਹੁੰਦੇ ਹੈ। ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਦੇਖੋ ਵੀ ਪਿਆਰਿਓ, ਸੰਜਮ ਦੇ ਅੰਦਰ ਆਪਦਾ ਗ੍ਰਸਤੀ ਜੀਵਨ बताओ। एक गुरु साहब कहते एक है नारी सदा जती। आप कहने लगे जो जिदे नाल शादी हो गई उसे नाल अगर संबंध है तो असी जती तो घट नहीं हुंदे गे और गृहस्थ दे विच असी सब लोड़ां पूरियां कर सकते हैं। किसी चीज की खाण की जरूरत है वह भी पूरी कर सकते हैं, कपड़े की जरूरत है वो भी पूरी कर सकते हैं। फर्ज करो एक आदमी बाजार दे विच जा रहा है, उत्थे अच्छे अच्छे खाने पे है, मन कहता लेने है क्योंकि एडीएल है, हुण कोले पैसा नहीं, या तो मंगना पएगा झूठ बोल के कि मैनूं ये चीज़ की जरूरत है, और या चोरी करनी पएगी। जे असीं गृहस्थ दे नियमां नूं पालदे होए अपनी दसां नौहां दी किरत करिए तो असीं आसानी नाल ही वो मुल लै सकदे हां या घरे तैयार कर सकदे हां। तुहानूं कहंदा है जिस नूं भी मिलदे हैं वो अपने आप नूं घट नहीं कहंदागा, वो कहता मैं पूरा है, मैं पूर्ण है, मैं सही है। पद परवाना इच्छे पाए, नानक तुल
गुरु नानक देव जी महाराज कहते हैं जेड़ा अपने आप नू पूरा कहंदा है, कहन लगे तुसी देखो तो सही कि उसने जिंदगी च कोई कमाई की है, साधन किया है और जिंदगी काफी लंबी हुंदी है। आप कहन लगे कि दुनिया दे अंदर किन्ने उसकी इज्जत करते हैं। अगर दुनिया दे विच साडी मानता है तो परमात्मा भी सानू जरूरी ही वो मानता दिंदा है। मानता ये नहीं कि असी कोई वड्डा अहदा हासिल कर लिया, उस अहदे करके दुनिया सानू डरदी मारी मनदी है। नहीं, महात्मा दिलां ते राज करते हैं। तुसी देख लो, गुरु नानक नू आया नू 500 साल हो गया और कृष्ण नू आए नू 2000 साल हो गए है। अज आपां किन्ना उन्हां नू प्यार दे नाल याद करते हैं, मुहब्बत नाल याद करते हैं, सुबह उठ के उन्हां दा नाम लेने हैं। इस वास्ते आप कहंदे कि तुसी देख लो उन्हां महात्मा दे अंदर की गुण सन। अगर असी भी गुण धारण करिए तद असी पूरे हो सकते हैं। नाम दा वट्टा पा के फिर उस महात्मा दी जिंदगी नू तोलो कि इसने जिंदगी दे विच कोई कुर्बानी की है, रात जागया, मेहनत की है, तो पता लगता है कि ये पूरा है। भला पहला वदी सोवा जग नानका, सच्चा वेखै सोए। गुरु नानक देव जी महाराज कहते हैं कि जो मर्यादा परमात्मा ने चलाई है, बद्दी है कि किस तरह जीवा जंतु पैदा होने हैं, किस तरह उन्होंने लय होना है, किस तरह चंद्रमा सूरज ने दुनिया नू लो देनी है और इन्हां दा रखवाला या देखण वाला वो परमात्मा खुद ही है। सवनी शाला मारिया करता करे सोए। आप कहने लगे संसार दे विच आके जीवा ने अपने कर्मा मुताबिक सब ने छाला मारिया हन कि मैं बड़ा बना, मैं ज्ञानी ध्यानी बना, मेरी हुकूमत होवे। लेकिन परमात्मा ने आपदे हथ विच रखिया है, जैसा किसी दा कर्म है वैसा ही वो भुगताउंदा है, वैसा ही फल दिंदा है। अगे जात ना जोर है, अगे जियो नवे। हुण आप कहंदे है मालक दे दरबार विच ना जाती जांदी है, ना साडा जोर हुकूमत जाती है और अगे जेडे जिन्हां दे नाल साडा वास्ता पैना है वो साडी फैमिली चो कोई जाणू पिछाणू नहीं होएगा। वो सारे नवे ही मिलणगे, किसी ने भी जी नहीं कहनागा, सिर्फ उन्हां ही लोकां नूं जी कहणगे जो परमात्मा दी भगती करके परमात्मा नाल मिल जांदे है। जिनकी लेखै पथ पवै चंगे से के। गुरु नानक सिद्धा नूं कहंदे देखो प्यारिओ, जदों सच्चे दरबार विच जाने हैं उत्थे चंगे और माड़े दा पता लगदा है। अगर उस दरबार विच साडी इज्जत है तो असीं चंगे ही हैं। अगर उत्थे कोई जी नहीं कहंदा ज्ञान नूं, जमदूत उदाले है तो कहण लगे भावा सारा कुछ उत्थे पाज उगड़दा है। कबीर साहब कहंदे है लेखा देना सहेला जे मन सच्चा होए, उस सच्चे दीवान में पल्ला न पकड़ा है कोई। पौड़ी तोर कारण जिनको तुद पाया, साते नी खसम ते आया। गुरु नानक देव जी महाराज कहंदे है ये साडे अपने वस च नहीं भी असी जंगलों पहाड़ों च फिरिए या नाम की कमाई करिए या परमात्मा की भगती करिए। ये सब कुछ परमात्मा ने अपने हाथ में रखा होया है, अपने कंट्रोल में रखा होया है। तुर कर्म जिन्हां को पाया तिन्नी खसम ते आया। परमात्मा की भगती वही करते हैं जिन्हां नूं तुर दरगाहों वो परमात्मा लिख दिंदा है कि भी तुसी मेरी भगती करनी है, तुसी मेरे नाल जुड़ना है, तुसी मेरे नाल मिलाप करना है। इना जनता के वस किश नाई, तुद वे की जगत उपाया।
ਜਿਨ੍ਹਾਂ ਮਹਾਤਮਾ ਦਾ ਉਹ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਹੌਦ ਨੂੰ ਸਮਝ ਸਕਦੇ ਹੈ। ਗੁਰੂ ਨਾਨਕ ਉਸ ਪਰਮਾਤਮਾ ਨੂੰ ਕਹਿੰਦੇ ਹੈ ਕਿ ਇਹ ਜਿਤਨੇ ਵੀ ਜੀਵ ਹਨ, ਇਹਨਾਂ ਦੇ ਆਪਣੇ ਕੋਈ ਇਖਤਿਆਰ ਨਹੀਂ ਕਿ ਅਸੀਂ ਭੋਗੀ ਬਣੀਏ ਜਾਂ ਪਰਮਾਤਮਾ ਦੇ ਭਗਤ ਬਣੀਏ। ਇਹ ਕੀ ਸੰਸਾਰ ਦੀ ਤਾਂ ਰਚਨਾ ਕੀਤੀ ਹੈ, ਅਜੀਬ ਹੀ ਹੈ। ਕੋਈ ਤੇਰੀ ਭਗਤੀ 'ਚ ਲੱਗ ਜਾਂਦਾ ਹੈ, ਕੋਈ ਦੁਨੀਆ ਦੀਆਂ ਰੰਗਰਲੀਆਂ ਦੇ ਵਿੱਚ ਐਸ਼ੋ ਇਸ਼ਰਤਾ ਦੇ ਵਿੱਚ ਖੁੱਭਿਆ ਹੋਇਆ ਹੈ। ਇਕ ਨਾਨੋ ਤੂੰ ਮੇਲ ਲੈ, ਇਕ ਆਪੋ ਤੁਧ ਖੁਆਇਆ। ਪਰਮਾਤਮਾ ਅੱਗੇ ਬੇਨਤੀ ਕਰਦੇ ਆ ਕਿ ਹੇ ਪਰਮਾਤਮਾ, ਅਜੀਬ ਹੀ ਲੀਲਾ ਹੈ ਤੇਰੀ। ਇੱਕ ਨੂੰ ਤੂੰ ਮੇਲ ਲੈਣਾ ਹੈ, ਇਨਸਾਨੀ ਜਾਮੇ ਦੇ ਵਿੱਚ ਆ ਕੇ ਉਹਨਾਂ ਦੇ ਅੰਦਰ ਬਿਰੇ ਤੜਪ ਪੈਦਾ ਕਰ ਦਿੰਦਾ ਹੈ, ਆਪਦੇ ਮਿਲਾਪ ਦਾ ਸ਼ੌਕ ਪੈਦਾ ਕਰ ਦਿੰਦਾ ਹੈ। ਇੱਕ ਆਪੇ ਤੁਧ ਖੁਆਇਆ, ਇੱਕ ਆਪ ਹੀ ਤੈਂ ਭੁੱਲੜ ਬਣਾ ਦਿੱਤੇ ਔਰ ਉਹ ਸ਼ਬਦ ਨਾਮ ਦੀ ਭਗਤੀ ਦੀ ਤਰਫ ਆਉਂਦੇ ਹੀ ਨਹੀਂ। ਉਹਨਾਂ ਨੂੰ ਜਿੰਨਾ ਮਰਜ਼ੀ ਕੋਈ ਸਮਝਾ ਲੇ, ਬਲਕਿ ਉਹ ਵਿਰੋਧ ਕਰਨਗੇ ਵਜਾਏ ਆਉਣ ਦੇ। ਗੁਰ ਕਿਰਪਾ ਤੇ ਜਾਣਿਆ, ਜਿਤੈ ਤੁਧ ਆਪ ਬੁਝਾਇਆ। ਆਪ ਕਹਿਣ ਲੱਗੇ ਸਿੱਧਾ ਨੂੰ ਵੀ ਦੇਖੋ ਪਿਆਰਿਓ, ਇਹ ਸਾਨੂੰ ਸੋਝੀ ਸਾਡੇ ਸਤਿਗੁਰਾਂ ਨੇ ਦਿੱਤੀ ਕਿ ਉਹ ਪਰਮਾਤਮਾ ਕਿਸ ਜਗ੍ਹਾ ਸਮਾਇਆ ਹੋਇਆ ਹੈ, ਕਿਸ ਤਰ੍ਹਾਂ ਉਹਨੂੰ ਅੰਦਰ ਜਾ ਕੇ ਮਿਲਣਾ ਹੈ। ਇਹ ਸਭ ਗੁਰਾਂ ਦੀ ਹੀ ਕਿਰਪਾ ਹੈ ਔਰ ਉਸ ਪਰਮਾਤਮਾ ਨੇ ਹੀ ਸਾਨੂੰ ਅੰਦਰੋਂ ਗਿਆਨ ਦਿੱਤਾ ਕਿ ਬਈ ਗੁਰੂ ਤੋਂ ਬਗੈਰ ਮੁਕਤੀ ਨਹੀਂ ਔਰ ਗੁਰੂ ਬਗੈਰ ਨਾਮ ਨਹੀਂ ਮਿਲਦਾ। ਸਹਜੇ ਸੱਚ ਸਮਾਇਆ, ਸਹਜੇ ਸੱਚ ਸਮਾਇਆ। ਆਪ ਕਹਿੰਦੇ ਜਦ ਸਾਨੂੰ ਨਾਮ ਮਿਲ ਜਾਂਦਾ ਹੈ, ਗੁਰੂ ਦੀ ਸ਼ਰਨ ਪ੍ਰਾਪਤ ਹੋ ਜਾਂਦੀ ਹੈ, ਸਤਸੰਗ ਦੇ ਅੰਦਰ ਜਾ ਕੇ ਅਸੀਂ ਆਪਣੀਆਂ ਕਮੀਆਂ ਨਿਕਾਲਣੀਆਂ ਸ਼ੁਰੂ ਕਰਦੇ ਹਾਂ, ਨਾਮ ਦਾ ਸ਼ੌਕ ਪੈਦਾ ਕਰਦੇ ਹਾਂ। ਸੁਭਾਵਕ ਹੀ ਅਸੀਂ ਉਸ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹਾਂ ਔਰ ਆਪਦੇ ਜੀਵਨ ਨੂੰ ਸਫਲ ਕਰ ਲੈਂਦੇ ਹਾਂ। ਦੀ ਤਰ੍ਹਾਂ ਆਸਾ ਦੀ ਦੀਵਾਰ ਤੇ ਸ਼ਬਦਾਂ ਦਾ ਸਤਸੰਗ ਹੈ। ਗੁਰੂ ਨਾਨਕ ਦੇ ਅੱਗੇ ਉਹਨਾਂ ਦੇ ਸੇਵਕਾਂ ਨੇ ਬੇਨਤੀ ਕਰੀ ਕਿ ਜਦ ਤੁਸੀਂ ਦੁੱਖਾਂ ਦਾ ਬਿਆਨ ਕਰਦੇ ਹੋ, ਸੁੱਖਾਂ ਦਾ ਬਿਆਨ ਕਰਦੇ ਹੋ ਆਪਣੇ ਸਤਸੰਗਾਂ ਦੇ ਅੰਦਰ, ਬਾਣੀ ਅੰਦਰ, ਜਰਾ ਖੋਲ ਕੇ ਦੱਸੋ ਤੁਹਾਡਾ ਕਿਸ ਦੁੱਖ ਤੋਂ ਭਾਵ ਹੈ, ਕਿਸ ਸੁੱਖ ਤੋਂ ਭਾਵ ਹੈ, ਕਿ ਦੁੱਖ ਕੀ ਹੈ, ਸੁੱਖ ਕੀ ਹੈ। ਅਸੀਂ ਜੀਵ ਤਾਂ ਅੰਧੇਰੇ 'ਚ ਫਸੇ ਹੋਏ ਹੈ, ਨਾ ਸਾਨੂੰ ਸੁੱਖਾਂ ਦਾ ਪਤਾ, ਨਾ ਸਾਨੂੰ ਦੁੱਖਾਂ ਦਾ ਪਤਾ ਹੈ। ਮਾਮੂਲੀ ਦੁੱਖ ਆਇਆ, ਕੋਈ ਸਮੱਸਿਆ ਖੜੀ ਹੋਈ, ਰੋ ਪਏ, ਮਾਮੂਲੀ ਸੁੱਖ ਆਇਆ, ਉਹਦੇ ਨਾਲ ਹੰਕਾਰ ਆਇਆ ਕਿ ਸ਼ਾਇਦ ਇਹਦੇ ਵਿੱਚ ਕੋਈ ਸਾਡੀ ਹਿਕਮਤੀ ਹੈ। ਆਪ ਜਰਾ ਪਿਆਰ ਨਾਲ ਸਾਨੂੰ ਸਮਝਾਓ ਤਾਂ ਕਿ ਅਸੀਂ ਵੀ ਫਾਇਦਾ ਉਠਾ ਸਕੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਪਿਆਰਿਓ, ਉਹ ਸੁੱਖ ਨਹੀਂ ਜਿਨ੍ਹਾਂ ਦਾ ਅੰਤ ਦੁੱਖ ਹੋਵੇ। ਭੋਗ ਭੋਗਦੇ ਹਾਂ, ਛਿਨ ਭੰਗਰ ਸੁੱਖ ਨੂੰ ਅਸੀਂ ਸੁੱਖ ਸਮਝਦੇ ਹਾਂ ਔਰ ਭੋਗ ਤੋਂ ਰੋਗ ਉਤਪੰਨ ਹੁੰਦੇ ਹੈ। ਜਦ ਰੋਗ ਪੈਦਾ ਹੁੰਦੇ ਹੈ ਫਿਰ ਅਸੀਂ ਪਛਤਾਉਂਦੇ ਹਾਂ। ਗੁਰੂ ਨਾਨਕ ਕਹਿੰਦੇ, ਬਹੁਤ ਸਾਧੋ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੇ ਅੰਤ ਭਗੋਵੇ, ਆਏ ਜਾਏ ਦੁੱਖ ਪਾਏਗਾ। ਆਪ ਕਹਿੰਦੇ ਸੰਤਾਂ ਦਾ ਭਾਵ ਉਸ ਦੁੱਖ ਤੋਂ ਹੈ ਜਿਹੜਾ ਹਰ ਮੌਤ ਤੋਂ ਬਾਅਦ ਸਾਨੂੰ ਭੁਗਤਣਾ ਪੈਂਦਾ, ਜਿਹੜਾ ਮੌਤ ਵੇਲੇ ਭੁਗਤਣਾ ਪੈਂਦਾ ਉਹ ਵੀ ਲਾਹੇ ਦਾ ਹੈ। ਕਹਿੰਦੇ ਦੇਖੋ, ਜੋ ਪੈਦਾ ਹੁੰਦਾ ਉਹ ਮਰਦਾ ਜ਼ਰੂਰ ਹੈ। ਨਾਮ ਦੀ ਕਮਾਈ ਤੋਂ ਬਗੈਰ ਜੋ ਸੰਸਾਰ ਛੱਡਦਾ ਹੈ ਉਹਨੂੰ ਕਿਸੇ ਨਾ ਕਿਸੇ ਜਗ੍ਹਾ ਆਪਣੇ ਕਰਮਾਂ ਮੁਤਾਬਕ ਜਨਮ ਵੀ ਜ਼ਰੂਰ ਲੈਣਾ ਪੈਂਦਾ ਹੈ। ਆਪ ਕਹਿਣ ਲੱਗੇ, ਪਿਆਰਿਓ, ਵਕਤ ਨੂੰ ਭੁੱਲੋ ਨਾ। ਮਾਂ ਦੇ ਪੇਟ ਅੰਦਰ
ਅਸੀਂ ਵੀ ਕਿਸੇ ਵਕਤ ਮਾਂ ਦੇ ਪੇਟ ਵਿੱਚ ਹੀ ਪਲੇ ਹਾਂ, ਉੱਥੋਂ ਬਾਹਰ ਨਿਕਲੇ ਹਾਂ। ਕਹਿਣ ਲੱਗੇ ਬੜੀ ਉਹ ਤੰਗ ਜਗ੍ਹਾ ਹੈ, ਅੰਧੇਰੀ ਜਗ੍ਹਾ ਹੈ, ਕਿਸੇ ਪਾਸੇ ਸਾਨੂੰ ਦਿਸਦਾ ਨਹੀਂ, ਕਿਸੇ ਪਾਸੇ ਅਸੀਂ ਦੌੜ ਨਹੀਂ ਸਕਦੇ, ਭੱਜ ਨਹੀਂ ਸਕਦੇ, ਆਪਣਾ ਦੁੱਖ ਮਾਂ ਤੱਕ ਵੀ ਜ਼ਾਹਰ ਨਹੀਂ ਕਰ ਸਕਦੇ ਕਿ ਪੁੱਠਾ ਲਟਕਿਆ ਹੁੰਦਾ ਹੈ। ਔਰ ਜੋ ਗੰਦ ਵਗੈਰਾ ਮਾਤਾ ਦਾ ਬਾਹਰ ਕੱਢਦੀ ਹੈ, ਨਾਲੀ ਉਹ ਨੱਕ ਦੇ ਉੱਤੋਂ ਦੀ ਜਾਂਦੀ ਹੈ, ਔਰ ਥੱਲੇ ਮੂੰਹ, ਪੈਰ ਉੱਪਰ ਨੂੰ, ਜਗ੍ਹਾ ਅੱਛੀ ਨਹੀਂ। ਆਪ ਕਹਿਣ ਲੱਗੇ ਉੱਥੇ ਇੱਕੋ ਹੀ ਆਸਰਾ ਸੀ ਤੈਂ ਰੱਖਿਆ, ਸਭ ਸਹਾਰੇ ਛੱਡ ਕੇ, ਉਹ ਸੀ ਪਰਮਾਤਮਾ ਦਾ। ਉਸ ਜਗ੍ਹਾ ਦੇ ਵਿੱਚ ਤੈਨੂੰ ਪਰਮਾਤਮਾ ਨੇ ਰੱਖਿਆ, ਪਰਮਾਤਮਾ ਨੇ ਹੀ ਤੈਨੂੰ ਬਚਾਇਆ, ਉਹਨੇ ਤੈਨੂੰ ਬਾਹਰ ਕੱਢ ਕੇ ਮਾਤਲੋਕ ਵਿੱਚ ਭੇਜਿਆ। ਲੇਕਿਨ ਅਫਸੋਸ ਦੀ ਗੱਲ ਹੈ, ਬਾਹਰ ਆ ਕੇ ਤੁਸੀਂ ਸ਼ਨ ਭੰਗਰ ਸੁੱਖਾਂ ਨੂੰ ਸੁੱਖ ਸਮਝ ਕੇ ਉਸ ਧਨੀ ਪਰਮਾਤਮਾ ਨੂੰ ਭੁੱਲ ਗਏ। ਔਰ ਜਿਸ ਨੇ ਤੁਹਾਡੀ ਮਾਂ ਦੇ ਪੇਟ ਵਿੱਚ ਰੱਖਿਆ ਕਰੀ ਸੀ, ਅੱਗੇ ਨੂੰ ਫੇਰ ਜਾ ਕੇ ਉਸ ਦੇ ਪੇਸ਼ ਹੋਣਾ ਹੈ। ਕਹਿਣ ਲੱਗੇ ਥੋੜੇ ਚਿਰ ਵਾਸਤੇ ਉਸ ਪਰਮਾਤਮਾ ਨੂੰ ਭੁੱਲੀ ਬੈਠੇ ਹੋ, ਮੌਤ ਨੂੰ ਭੁੱਲੀ ਬੈਠੇ ਹੋ, ਪਦੈਸ਼ ਨੂੰ ਭੁੱਲੀ ਬੈਠੇ ਹੋ। ਅਸੀਂ ਸੋਚਦੇ ਹਾਂ ਕਿ ਜੰਮਦੇ ਜਾਂ ਪੈਦਾ ਹੁੰਦੇ ਹੋਰ ਹੀ ਆਦਮੀ ਆ, ਅਸੀਂ ਤਾਂ ਸ਼ਾਇਦ ਇਹ ਕਸ਼ਟ ਦੇਖਿਆ ਹੀ ਨਹੀਂ। ਲੇਕਿਨ ਮਹਾਤਮਾ ਸਾਨੂੰ ਯਾਦ ਦਿਲਾਉਂਦੇ ਹੈ ਕਿ ਤੁਸੀਂ ਥੋੜਾ ਜਿਹਾ ਆਪਣੇ ਜੀਵਨ ਦੇ ਅੰਦਰ ਜਰਾ ਕੰਘੀ ਮਾਰ ਕੇ ਦੇਖੋ। ਇਹ ਵਕਤ ਹਰ ਇੱਕ ਨੂੰ ਦੇਖਣਾ ਪੈਂਦਾ ਹੈ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਪਿਆਰਿਓ, ਸਭ ਤੋਂ ਬੜਾ ਦੁੱਖ ਮੌਤ ਔਰ ਪਦੈਸ਼ ਦਾ ਹੈ। ਕਹਿੰਦੇ ਆ ਮੁੱਖ ਤਲਾ ਪੈਰ ਉੱਪਰ ਵਸੰਦਾ ਕਹ ਤੜੇ ਥਾਂ, ਨਾਨਕ ਸੋ ਧਨੀ ਕਿਉਂ ਵਸਾਰਿਆ ਉਧਰੈ ਜਿਸ ਦਾ ਨਾਮ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਆ ਜਿਸ ਤਰ੍ਹਾਂ ਜਠ ਅਗਨੀ ਮਾਤਾ ਜੀ ਦਾ ਤਾਂ ਪੇਟ ਵਿੱਚ ਬੱਚੇ ਨੂੰ ਹੁੰਦਾ ਹੈ, ਕਿਉਂਕਿ ਹੱਡੀਆਂ ਉਸ ਜਠ ਅਗਨੀ ਨੇ ਹੀ ਪਕਾਈਆਂ ਹੁੰਦੀਆਂ ਹੈ, ਇਸੇ ਵਾਸਤੇ ਸਖਤ ਹੁੰਦੀ ਹੈ। 90 ਦਿਨ ਜੀਵ ਬਿਲਕੁਲ ਮਾਸ ਦੇ ਲੋਥੜੇ ਤੱਕ ਪਿਆ ਰਹਿੰਦਾ ਹੈ। ਬਾਬਾ ਜੈਮਲ ਸਿੰਘ ਜੀ ਦੱਸਦੇ ਹੁੰਦੇ ਸਨ, ਫਿਰ ਜਾ ਕੇ ਕਿਤੇ ਹੱਡੀ ਪਕਦੀ ਹੈ। ਔਰ ਕਹਿੰਦੇ ਇਸੇ ਤਰ੍ਹਾਂ ਹੀ ਜਿਸ ਜੈਸੀ ਅਗਨ ਉਧਰ में तैसी बाहर माया, माया अगन सब ਇੱਕੋ ਜਿਹੀ। ਕਹਿਣ ਲੱਗੇ ਦੋਨੇ ਅੱਗਾਂ ਇੱਕੋ ਜਿਹੀਆਂ ਹੁੰਦੀਆਂ ਹਨ। ਬਾਹਰ ਮਾਤ ਲੋਕ ਦੀ ਪਾਉਣ ਮਾਇਆ ਦਾ ਨਸ਼ਾ ਚੜ ਜਾਂਦਾ ਹੈ। ਜੀਵ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਜਿਸ ਦੇ ਆਸਰੇ ਇਹ ਸੰਸਾਰ ਵਿੱਚ ਆਇਆ, ਜਿਹਦੇ ਆਸਰੇ ਇਹ ਜੀਵਤ ਰਹਿ ਰਿਹਾ ਹੈ। ਮਹਾਤਮਾ ਜਿੱਥੇ ਸਾਨੂੰ ਇਸ ਦੁੱਖ ਤੋਂ ਸਾਵਧਾਨ ਕਰਦੇ ਹੈ, ਉੱਥੇ ਸਾਨੂੰ ਉਸ ਦੇਸ਼ ਦੀ ਵੀ, ਸੱਚਖੰਡ ਦੀ, ਜਿੱਥੋਂ ਦੀ ਕਿ ਆਤਮਾ ਸਾਡੀ ਵਾਸੀਵਾਨ ਹੈ, ਉੱਥੋਂ ਦੇ ਆ ਕੇ ਦੱਸ ਪਾਉਂਦੇ ਹੈ, ਉੱਥੋਂ ਦਾ ਸੁੱਖ ਦੱਸਦੇ ਹੈ ਕਿ ਉੱਥੇ ਮੌਤ ਔਰ ਪੈਦਾਇਸ਼ ਨਹੀਂ, ਉੱਥੇ ਈਰਸ਼ਾ ਨਹੀਂ, ਉਸ ਜਗ੍ਹਾ ਮਾਇਆ ਦਾ ਅਸਰ ਨਹੀਂ। ਲੇਕਿਨ ਮਹਾਤਮਾ ਸਾਨੂੰ ਦੱਸਦੇ ਹੈ ਕਿ ਸੁੱਖ ਪ੍ਰਾਪਤ ਕਰਨ ਦਾ ਮੁੱਲ ਦੁੱਖ ਹੈ। ਦੁਨੀਆ ਦੇ ਵਿੱਚ ਤੁਸੀਂ ਕੋਈ ਵੀ ਕਾਰੋਬਾਰ ਕਰੋ, ਮਿਹਨਤ ਦੀ ਜ਼ਰੂਰਤ ਪੈਂਦੀ ਹੈ, ਕਸ਼ਟ ਉਠਾਉਣ ਦੀ ਜ਼ਰੂਰਤ ਪੈਂਦੀ ਹੈ। ਮਾਤਾ ਬੱਚਾ ਵੀ ਪੈਦਾ ਨਹੀਂ ਕਰ ਸਕਦੀ ਜਦ ਤੱਕ ਉਹ ਪੀੜਾਂ ਦਾ ਦੁੱਖ ਨਾ ਸਹਾਰੇ। ਇਸੇ ਤਰ੍ਹਾਂ ਸੋਨਾ ਜਿਹੜਾ ਹੈ ਉਹ ਵੀ ਸਾਨੂੰ ਕਾਨ ਦੇ ਵਿੱਚੋਂ ਖੋਦ ਕੇ ਨਿਕਾਲਣਾ ਪੈਂਦਾ ਹੈ। ਬੜੀਆਂ ਮੁਸ਼ਕਿਲ ਟੇਢੀਆਂ ਜਗ੍ਹਾ ਹੁੰਦੀਆਂ ਹਨ। ਇਸੇ ਤਰ੍ਹਾਂ ਮੋਤੀ ਸਮੁੰਦਰ ਚੋਂ ਪ੍ਰਾਪਤ ਕਰਨੇ ਪੈਂਦੇ ਹੈ, ਔਰ ਉੱਥੇ ਵੀ ਬੜੀ ਡੂੰਘੀ ਡੁਬਕੀ ਲਾਉਣੀ ਪੈਂਦੀ ਹੈ। ਔਰ ਇਸੇ ਤਰ੍ਹਾਂ ਅਗਰ ਕੋਈ ਇਹ ਗੱਲ ਕਹਿੰਦਾ ਹੈ ਕਿ ਮੈਂ ਬਗੈਰ ਕਸ਼ਟ ਉਠਾਇਆ, ਬਗੈਰ ਮਿਹਨਤ ਕੀਤਿਆਂ ਸੁੱਖ ਪ੍ਰਾਪਤ ਕਰ ਲਿਆ ਜਾਂ ਪ੍ਰਮਾਤਮਾ ਨੂੰ ਮੈਂ ਮਿਲ ਗਿਆ ਹੈ, ਉਹ ਇੱਕ ਹੋਰ ਕਰਜ਼ਾ ਚੁੱਕ ਰਿਹਾ ਹੁੰਦਾ ਹੈ। ਕਿਉਂਕਿ ਸੰਤਾਂ ਮਹਾਤਮਾ ਦੀ ਜ਼ਿੰਦਗੀਆਂ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਕਿੰਨੀਆਂ ਰਾਤਾਂ ਜਾਗੀਆਂ ਹੁੰਦੀਆਂ, ਕਿੰਨਾ ਸੰਜਮ ਰੱਖਿਆ ਹੁੰਦਾ, ਕਿੰਨੀ ਭੁੱਖ ਪਿਆਸ ਉਹਨਾਂ ਨੇ ਝੱਲੀ ਹੁੰਦੀ ਹੈ, ਔਰ ਕਿਤਨੀ ਉਹਨਾਂ ਨੇ ਮਿਹਨਤ ਕਰੀ ਹੁੰਦੀ ਹੈ। ਨਾਨਕ ਦੇਵ ਜੀ ਮਹਾਰਾਜ ਬੇਦੀਆਂ ਕੁਲ ਵਿੱਚ ਪੈਦਾ ਹੋਏ ਸਨ। ਕਾਫੀ ਲੋਕ ਉਹਨਾਂ ਦਾ ਆਦਰ ਕਰਦੇ ਸਨ, ਹੁਣ ਵੀ ਕਰਦੇ ਉਸ ਬੇਦੀਆਂ ਦਾ। ਔਰ ਅੱਛੇ ਘਰਾਣੇ ਵਿੱਚ ਪੈਦਾ ਹੋਏ ਸਨ। ਉਹਨਾਂ ਨੂੰ ਹਰ ਕਿਸਮ ਦੀ ਉਹਨਾਂ ਦੇ ਮਾਤਾ ਪਿਤਾ ਸਹੂਲਤ ਦੇ ਸਕਦੇ ਸਨ। ਲੇਕਿਨ ਉਹਨਾਂ ਨੇ ਉਹ ਸਭ ਸੁੱਖ ਆਰਾਮ ਦੁਨੀਆ ਦੇ ਛੱਡ ਕੇ ਰੇਤੇ ਤੇ ਪੈਣਾ ਸ਼ੁਰੂ ਕੀਤਾ। ਅੱਕਾਂ ਜੈਸੇ ਪੱਤੇ ਉਬਾਲ ਕੇ ਪੀਣੇ ਸ਼ੁਰੂ ਕੀਤੇ, ਔਰ ਬੜੇ ਹੀ 11 ਸਾਲ ਕਠਨ ਘਾਲਣਾ ਕਾਲੀ ਔਰ ਰੋੜਾਂ ਦੀ ਵਿਛਾਈ ਕਰਕੇ ਪੈਂਦੇ ਸਨ ਤਾਂ ਕਿ ਪੂਰੀ ਨੀਂਦ ਨਾ ਆ ਸਕੇ। ਭਾਈ ਗੁਰਦਾਸ ਜੋ ਕਿ ਗੁਰੂ ਘਰ ਦੇ ਕਾਫੀ ਸ਼ਰਧਾਲੂ ਸਨ, ਅੱਛੇ ਕਮਾਈ ਵਾਲੇ ਸਨ, ਅੰਦਰ ਜਾਂਦੇ ਸਨ। ਉਹਨਾਂ ਨੇ ਆਪਣੀ ਵਾਰ ਦੇ ਵਿੱਚ ਲਿਖਿਆ ਹੈ,
ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੇ ਵਿਛਾਈ। ਗੁਰੂ ਨਾਨਕ ਦੀ ਪੂਜ ਮਾਤਾ ਨੇ ਪੁੱਛਿਆ ਸੀਗਾ ਕਿ ਬੇਟਾ ਨਾਮ ਜਪਣਾ ਕਿੱਡਾ ਕੁ ਔਖਾ ਹੈ, ਕਿੰਨਾ ਕੁ ਮੁਸ਼ਕਿਲ ਹੈ। ਉਹ ਅੱਖਾਂ ਭਰ ਕੇ ਉਹਨਾਂ ਨੇ ਇਹ ਹੀ ਕਿਹਾ, ਆਖਣ ਔਖਾ ਸੱਚਾ ਨਾਮ, ਸੱਚਾ ਨਾਮ ਜਿਹੜਾ ਹੈ ਉਹ ਬੜਾ ਹੀ ਮੁਸ਼ਕਿਲ ਹੈ ਕਹਿ ਦੇਣਾ, ਕਿਉਂਕਿ ਜਿੰਨਾ ਅਸੀਂ ਨਾਮ ਦੀ ਤਰਫ ਆਕਰਸ਼ਿਤ ਹੁੰਨੇ ਹਾਂ, ਮਿਹਨਤ ਕਰਦੇ ਹਾਂ, ਉਹ ਮਾਲਕ ਉਤਨੀਆਂ ਹੀ ਪ੍ਰੋਬਲਮਾਂ ਸਾਡੇ ਅੱਗੇ ਖੜੀਆਂ ਕਰ ਦਿੰਦਾ ਹੈ ਕਿ ਇਹ ਇਹਨਾਂ ਦੇ ਵਿੱਚ ਲੱਗ ਕੇ ਖੁਸ਼ ਹੈ ਜਾਂ ਮੇਰੇ ਹੀ ਪਿਆਰੇ ਹੈ, ਮੈਨੂੰ ਮਿਲ ਕੇ ਖੁਸ਼ ਹੁੰਦੇ ਹੈ। ਸਾਡੇ ਰਾਜਸਥਾਨ ਦੀ ਆਮ ਕਹਾਵਤ ਹੈ, ਤੇਰੇ ਦੁੱਖਾਂ ਦੀ ਬਣੂਗੀ ਦਾਰੂ ਤੇ ਸੁੱਖ ਤੇਰੇ ਰੋਗ ਹੋਣਗੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਬੜੇ ਪਿਆਰ ਨਾਲ ਕਹਿੰਦੇ ਹੈ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ। ਕਹਿਣ ਲੱਗੇ ਜੋ ਅਸੀਂ ਰਾਤਾਂ ਜਾਗਦੇ ਹਾਂ, ਮਿਹਨਤਾਂ ਕਰਦੇ ਹਾਂ, ਪ੍ਰਮਾਤਮਾ ਦੀ ਭਗਤੀ ਕਰਦੇ ਹਾਂ, ਇੱਥੇ ਕਸ਼ਟ ਸਹਾਰਦੇ ਹਾਂ, ਅੱਗੇ ਜਾ ਕੇ ਅਸੀਂ ਸੌਖੀ ਚੀਜ਼ ਪ੍ਰਾਪਤ ਕਰਦੇ ਹਾਂ ਕਿ ਮਾਲਕ ਨਾਲ ਮਿਲ ਜਾਂਦੇ ਹਾਂ। ਔਰ ਜਿਹੜਾ ਅਸੀਂ ਵਿਸ਼ੇ ਬਕਾਰਾਂ ਦੇ ਵਿੱਚ ਲੱਗ ਕੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਹਾਂ, ਸਾਡੇ ਅੰਦਰ ਇੱਛਾ ਹੀ ਪ੍ਰਗਟ ਨਹੀਂ ਹੁੰਦੀਗੀ ਉਹਨਾਂ ਸੁੱਖਾਂ ਦੇ ਵਿੱਚ ਪੈ ਕੇ ਵੀ ਕੋਈ ਪ੍ਰਮਾਤਮਾ ਵੀ ਹੈ, ਉਹਦੀ ਵੀ ਭਗਤੀ ਕਰਨੀ ਚਾਹੀਦੀ ਹੈ। ਕਬੀਰ ਸਾਹਿਬ ਕਹਿੰਦੇ ਆ, ਸੁਖ ਮੇ ਸਿਮਰਨ ਨਾ ਕੀਆ, ਦੁੱਖ ਮੇ ਕੀਆ ਯਾਦ, ਦੁਖੀ ਹੋਏ ਦਾਸ ਦੀ ਕੌਣ ਸੁਣੇ ਫਰਿਆਦ। ਆਪਾਂ ਨੂੰ ਪਤਾ ਹੀ ਹੈ ਕਿ ਅਗਰ ਸਾਡੇ ਬੂਹੇ ਦੇ ਉੱਪਰ ਕੋਈ ਜ਼ੋਰਾਵਰ ਦੁਸ਼ਮਣ ਆ ਜਾਵੇ, ਉਸ ਵਕਤ ਅਸੀਂ ਗਨ ਚਲਾਉਣੀ ਸਿੱਖੀਏ ਜਾਂ ਪਰੇਡ ਕਰਨੀ ਸਿੱਖੀਏ ਜਾਂ ਪਿਆਸ ਲੱਗੀ ਤਾਂ ਕੂਆ ਖੋਦਣ ਵਾਸਤੇ ਅਸੀਂ ਇੰਤਜ਼ਾਮ ਕਰੀਏ, ਅਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਇਹੀ ਹਾਲਤ ਸਾਡੀ ਅੱਜ ਕੱਲ੍ਹ ਜੀਵਾਂ ਦੀ ਹੈ। ਜਦ ਅੰਤ ਸਮਾਂ ਆਉਂਦਾ ਹੈ, ਬਿਮਾਰੀਆਂ ਘੇਰ ਲੈਂਦੀਆਂ ਹਨ, ਫਿਰ ਅਸੀਂ ਦਾਨ ਵੀ ਕਰਦੇ ਹਾਂ, ਪੁੰਨ ਵੀ ਕਰਦੇ ਹਾਂ। ਮੌਤ ਦੇ ਵਕਤ ਬਹੁਤ ਸਮਾਜਾਂ ਦੇ ਅੰਦਰ ਕੋਈ ਗੀਤਾ ਸੁਣਾਉਂਦਾ ਹੈ, ਕੋਈ ਹੋਰ ਧਰਮ ਪੁਸਤਕ ਦਾ ਉਸ ਵੇਲੇ ਪਾਠ ਕਰਾਉਂਦਾ ਹੈ। ਅਗਰ ਵੀ ਉਹ ਵਿਚਾਰਾ ਉਸ ਵੇਲੇ ਸੁਣ ਨਹੀਂ ਸਕਦਾ ਕਿਉਂਕਿ ਕੰਨ ਜਵਾਬ ਦੇ ਜਾਂਦੇ ਹੈ, ਔਰ ਉਸ ਵੇਲੇ ਕੀ ਕਰਦਾ ਹੈ, ਉਹਦੇ ਥਾਂ ਤੇ ਇੱਕ ਜਣਾ ਹੋਰ ਬਹਿ ਜਾਂਦਾ ਹੈ ਸੁਣਨ ਵਾਸਤੇ ਵੀ ਚੱਲ ਮੈਂ ਸੁਣਦਾ ਹੈ। ਉਹ ਫਿਰ ਪਾਣੀ ਉਹਦੇ ਮੂੰਹ ਵਿੱਚ ਪਾਉਂਦਾ ਹੈ। ਔਰ ਹਿੰਦੂ ਲੋਕ ਜੋਤ ਜਗਾਉਂਦੇ ਆਖਰੀ ਟਾਈਮ ਦੇ ਉੱਤੇ ਪੁੱਛਦੇ ਆ, ਜੋਤ ਨਜ਼ਰ ਦੇ ਵਿੱਚ ਆਉਂਦੀ ਹੈ। ਹੁਣ ਤੁਸੀਂ ਸੋਚ ਕੇ ਦੇਖ ਲਓ, ਇਹ ਤਾਂ ਸਭ ਕੁਝ ਅਸੀਂ ਖੁਦ ਜਿੰਦੇ ਜੀ ਕਰਨਾ ਸੀਗਾ। ਅੰਤ ਸਮੇਂ ਕੀ ਹੋ ਸਕਦਾ ਹੈ? ਕਬੀਰ ਸਾਹਿਬ ਕਹਿੰਦੇ ਆ, ਆਵੇ ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਭਜਨ ਨਹੀਂ ਕਰਦਾ, ਅੰਤ ਸਮੇਂ ਤੂੰ ਕਿਸ ਤਰ੍ਹਾਂ ਭਜਨ ਕਰੇਗਾ, ਕਿਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰੇਗਾ। ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੂਪ ਪਿਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਕਰੀ ਨਾ ਹੋਈ। ਹੁਣ ਆਪ ਕਹਿੰਦੇ ਕਿ ਸੁਖ ਰੋਗ ਹੈ, ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਨਾਮ ਦੀ ਕਮਾਈ ਕਰਨੀ ਹੈ, ਕਿਉਂਕਿ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗੇ ਸੱਚ ਬਿਨਾ ਕਰਨ ਯੋਗ ਹੈ। ਜੋ ਚਾਹਵੇ ਤੂੰ ਕਰਦਾ ਹੈ, ਮੈਂ ਕੀ ਕਰ ਸਕਦਾ ਹਾਂ, ਔਰ ਕੋਈ ਤੈਨੂੰ ਸਲਾਹ ਨਹੀਂ ਦੇ ਸਕਦਾਗਾ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ, ਸਭ ਤੂੰ ਹੀ ਕਰਨ ਕਾਰਨ ਹੈ। ਸਭ ਕਹਿੰਦੇ ਆ ਕਿ ਆਪਣਾ ਚਿਤ ਵਿਆਹ ਹਰ ਕਰੇ, ਕਿਆ ਮੇਰਾ ਚਿਤ ਵਿਆਹ ਹੋਏ। ਕਹਿਣ ਲੱਗੇ ਜੋ ਪ੍ਰਮਾਤਮਾ ਚਾਹਵੇ ਉਹ ਕਰਦਾ ਹੈ, ਸਾਡੇ ਚਿਤ ਬਣੀ ਕੁਛ ਵੀ ਨਹੀਂ ਕਰ ਸਕਦੀਗੀ। ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਆ, ਮਤਾ ਕਰੇ ਪੂਰਬ ਦੇ ਤਾਈ ਪੱਛਮ ਹੀ ਲੈ ਜਾਤ। ਅਸੀਂ ਕਹਿੰਦੇ ਆ ਪੂਰਬ ਜਾਣਾ, ਉਹ ਪੱਛਮ ਲੈ ਜਾਂਦਾ ਹੈ। ਉਹਦੀ ਪਲੈਨਿੰਗ ਜਿਹੜੀ ਹੈ ਉਹਦਾ ਸਾਨੂੰ ਗਿਆਨ ਨਹੀਂਗਾ ਵੀ ਉਹਨੇ ਕੀ ਕਰਨਾ ਹੈ। ਇੱਕ ਪਲ ਦੇ ਅੰਦਰ ਜਾਨਵਰ ਤਿਹਾਈ ਮਰਦੇ ਹੈ, ਦੂਸਰੇ ਪਲ ਦੇ ਅੰਦਰ ਇਤਨੀ ਬਾਰਿਸ਼ ਕਰ ਦਿੰਦਾ ਹੈ, ਉੱਥੇ ਥਲ ਦੇ ਵਿੱਚ ਜਲ ਕਰ ਦਿੰਦਾ ਹੈ। ਰਾਤ ਨੂੰ ਰਾਜਾ ਸੌਂਦਾ ਹੈ, ਤੜਕੇ ਨੂੰ ਉਹ ਦੂਸਰੀ ਪਾਰਟੀ ਵਾਲੇ ਉਹਨੂੰ ਕੈਦ ਕਰਕੇ ਜੇਲ੍ਹ ਦੀਆਂ ਕੋਠੜੀਆਂ 'ਚ ਬੰਦ ਕਰ ਦਿੰਦੇ ਹੈ।
ਇਸੇ ਤਰ੍ਹਾਂ ਜੰਗਲ ਦੇ ਵਿੱਚ ਸ਼ੇਰ ਆਜ਼ਾਦ ਹੈ, ਔਰ ਜਦ ਸ਼ਿਕਾਰੀਆਂ ਦੇ ਹੱਥ ਵਿੱਚ ਆ ਜਾਂਦਾ ਹੈ, ਪਕੜਨ ਵਾਲਿਆਂ ਦੇ, ਤੁਹਾਨੂੰ ਪਤਾ ਉਹ ਆਪਣੇ ਆਪ ਨੂੰ ਪਿੰਜਰੇ 'ਚ ਵੇਖਦਾ ਹੈ। ਵਜੀਦਾ ਸੰਤ ਕਹਿੰਦਾ ਹੈ, ਇਕਨਾਂ ਦੇ ਘਰ ਪੁੱਤ ਹੈ, ਪੁੱਤਾਂ ਦੇ ਘਰ ਗਾਹਾਂ ਵੀ ਪੁੱਤ ਹੈ, ਪੋਤਰੇ ਹੈ, ਇਕਨਾਂ ਦੇ ਘਰ ਧੀਆਂ ਹਨ, ਧੀਆਂ ਦੇ ਗਾਹਾਂ ਦੋਤਰੇ ਵੀ ਹੋ ਜਾਂਦੇ ਹੈ। ਉਹ ਅਜੇ ਆਪ ਬੈਠਾ ਹੈ। ਇਕਨਾਂ ਦੇ ਘਰ ਇੱਕ ਹੀ ਬੱਚਾ ਹੁੰਦਾ ਹੈ, ਉਹ ਵੀ ਕਿਸੇ ਐਕਸੀਡੈਂਟ ਦੇ ਵਿੱਚ ਮਾਰਿਆ ਜਾਂਦਾ ਹੈ। ਕਹਿਣ ਲੱਗੇ, ਕੌਣ ਉਸ ਸਾਹਿਬ ਨੂੰ ਕਹਿ ਸਕਦਾ ਹੈ ਕਿ ਤੂੰ ਇਉਂ ਨਹੀਂ, ਇਸ ਤਰ੍ਹਾਂ ਕਰ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਹੁਣ ਆਪ ਕਹਿੰਦੇ ਮੈਂ ਬਲਿਹਾਰ ਜਾਣਾ ਹੈ, ਕੁਰਬਾਨ ਜਾਣਾ ਹੈ, ਜਿਹੜਾ ਤੂੰ ਬੜੇ ਹੀ ਸੋਹਣੇ ਤਰੀਕੇ ਨਾਲ ਜੀਵਾਂ ਦੇ ਵਿੱਚ ਵਸ ਰਿਹਾ ਹੈ, ਜੋਤ ਰੂਪ ਹੋ ਕੇ ਸਭ ਨੂੰ ਸਤਿਆ ਦੇ ਰਿਹਾ ਹੈ, ਤੇਰਾ ਕੋਈ ਅੰਤ ਪਾ ਨਹੀਂ ਸਕਿਆ। ਬੜੇ ਬੜੇ ਆਲਮਾ ਫਾਜ਼ਲਾ ਨੇ ਜ਼ੋਰ ਲਾਇਆ, ਕਥਾ ਕਹਾਣੀਆਂ ਦਸੀਆਂ, ਆਖਰ ਬੇਅੰਤ ਕਹਿ ਕੇ ਚੁੱਪ ਹੋ ਗਏ। जात में जोत, जोत में जाता, अकल कलाम पर पूर रहा। आप कहने लगे, तो सारे जीवां दे अंदर जोत रूप होके विराजमान है, शब्द रूप होके विराजमान है, और सब दी ਰੱਖਿਆ ਕਰ ਰਿਹਾ ਹੈ। ਇਸ ਤਰ੍ਹਾਂ ਜੀਵਾ ਦੇ ਵਿੱਚ ਮਿਲਿਆ ਹੋਇਆ ਹੈ, ਜਿਸ ਤਰ੍ਹਾਂ ਪਾਣੀ ਦੇ ਅੰਦਰ ਪਤਾਸਾ ਮਿਲ ਜਾਂਦਾ ਹੈ। ਪੀਰ ਸਾਹਿਬ ਕਹਿੰਦੇ ਆ, ਉਹ ਪਰਮਾਤਮਾ ਇਸ ਤਰ੍ਹਾਂ ਹਰ ਇੱਕ ਦੇ ਵਿੱਚ ਸਮਾਇਆ ਹੈ, ਜਿਸ ਤਰ੍ਹਾਂ ਤਿਲਾਂ ਦੇ ਅੰਦਰ ਤੇਲ ਦਿਸਦਾ ਨਹੀਂ, ਲੇਕਿਨ ਉਹ ਯਤਨ ਨਾਲ ਕੱਢਿਆ ਜਾਂਦਾ ਹੈ, ਔਰ ਪੱਥਰ ਦੇ ਅੰਦਰ ਅਗਨੀ ਹੈ, ਉਹ ਵੀ ਜੁਗਤੀ ਨਾਲ ਹੀ ਰਗੜ ਕੇ ਕੱਢੀ ਜਾਂਦੀ ਹੈ। ਔਰ जो तिलमाही तेल है, जो चखमख में आग, इसे तरह तेरा प्यारा प्रीतम तेरे विच है। अगर तैथों बई उसनू जगाईदा है, तू जगा ला। अगर तू हिम्मत करके मिलाप कर सके तो कर सकता है। तू सच्चा साहिब सिफत सवालियो, जिन कीती सो पार पया। हुण आप कहन लगे, तू सच्चा साहिब है, कदे नास या फना नहीं हुंदा, आज जगह तो तू तुरया आउणा है। तेरी सिफत बड़ी सुंदर है, प्यारी है। जिस भी भाग वाले जीव ने तेरी सिफत गाई, तेरी भगती कीती, वो इस संसार समुंदर चों तर गया, सदा वास्ते दुखां तो छुटकारा पा गया। कौन करते किया बाता, जो किछ करना सो कर रहा। हुण जिन्हां प्रेमियां ने उन्हां ते सवाल कीता सी, आप आखिर ते बड़े प्यार नाल कहंदे आ कि प्यारिओ, मैं तुहानू उस भगवान ਕਰਨ ਕਾਰਨ ਜੋ ਜੋਤ ਰੂਪ ਹੋ ਕੇ ਸਭ ਦੇ ਅੰਦਰ ਵਿਰਾਜਮਾਨ ਹੈ, ਉਹਦੀਆਂ ਗੱਲਾਂ ਤੁਹਾਨੂੰ ਦਸੀਆਂ ਹੈ, ਉਹਦੇ ਮਿਲਣ ਦੇ ਫਾਇਦੇ ਦੱਸੇ ਹਨ। ਉਹ ਚਾਹਵੇ ਸੰਸਾਰ ਵਿੱਚ ਵਰਤਾਰਾ ਹੋ ਰਿਹਾ ਹੈ, ਉਹ ਕਰ ਰਿਹਾ ਹੈ, ਉਹਨੂੰ ਕੋਈ ਮਤ ਦੇਣ ਵਾਲਾ ਨਹੀਂ, ਉਹਦਾ ਕੋਈ ਸ਼ਰੀਕ ਨਹੀਂ, ਭਾਈ ਨਹੀਂ, ਬੰਧੂ ਨਹੀਂ, ਉਹ ਸਭ ਦੇ ਅੰਦਰ ਵਿਰਾਜਮਾਨ ਹੈ, ਸਰੂਪ ਜੋਤ ਰੂਪ ਹੋ ਕੇ। महला दूजा। जोग शरदं ज्ञान शरदं, वेद शरदं ब्राह्मण। ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਹੈ। ਉਹਨਾਂ ਉੱਪਰ ਕਿਸੇ ਨੇ ਸਵਾਲ ਕੀਤਾ ਕਿ ਜਿਹੜੀ ਦੁਨੀਆ ਚੌਹਾਂ ਵਰਨਾਂ ਵਿੱਚ ਵੰਡੀ ਹੋਈ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਬ੍ਰਾਹਮਣ ਹੈ, ਖੱਤਰੀ ਹੈ, ਕਿ ਇਹਨਾਂ ਦੇ ਧਰਮ ਅਲੱਗ-ਅਲੱਗ ਹੈ। ਗੁਰਦੇਵ ਜੀ ਮਹਾਰਾਜ ਕਹਿੰਦੇ ਹੈ, ਦੇਖ ਵੀ ਪਿਆਰਿਓ, ਇਹ ਇਸ ਤਰ੍ਹਾਂ ਹੈ ਕਿ ਜੋਗ ਸ਼ਬਦੰ ਗਿਆਨ ਸ਼ਬਦੰ, ਜੋਗ ਨਾਮ ਹੈ ਜੁੜਨ ਦਾ,
परमात्मा दे नाल। उन्हां दा धर्म है कि अंदर शब्द नाम की कमाई करनी, शब्द नूं हासिल करना, ज्ञान प्राप्त करना और अगे भी लोकां नूं उस शब्द का ज्ञान कराउणा, नाम का ज्ञान कराउणा, भगती दे विच लाउणा। यही उन्हां दा धर्म हुंदा है, यही परमात्मा ने उन्हां दे जिम्मे लाया हुंदा है। खररी शब्दं सूर शब्दं शूदर शब्दं पराकृत है। आप कहने लगे खत्री का धर्म है, सूरमे का धर्म है, खुद बहादुरी करनी, होरां नूं भी बहादुरी वास्ते प्रेरणा करनी, क्योंकि देश की सेवा खत्री ही लोग कर सकते हैं, आर्मी दे लोग ही कर सकते हैं, बहादुरी कर सकते हैं। और शूद्र दी दा धर्म है कि लोकां दे घरां दी सफाई करनी, पराई किरत करनी, अपनी रोजी रोटी कमाउणी। शब्दं एक शब्दं जे को जाने पेओ। हुण आप प्यार नाल कहंदे है कि ब्राह्मण का जो धर्म है, जग करना, जग कराउणा, विद्या पढ़नी, पढ़ाउणी और अतिथियां की सेवा करनी, कराउणी, और सारिਆਂ ਦਾ जो धर्म है वो नाम का जपना। जो परमात्मा का धर्म है वही साडी आत्मा का है, नाम का जपना। गुरु अर्जन देव जी महाराज कहते हैं, सगल धर्म में श्रेष्ठ धर्म हर का नाम जप निर्मल करम। आत्मा सचखंड तो आउंदे है, वो दुनिया दियां वंडा नहीं पाउंदे जे, कोई समाज खड़ा नहीं करते, पहलियां नूं तोड़दे नहीं। वो आके सच्चाई बताउंदे है कि किस तरह परमात्मा की भगती करनी है, और वो परमात्मा ही सब दे विच विराजमान है। आत्मा सानू दसदे है, जिस तरह सूरज की कोई जात नहीं, सब नूं रोशनी समान दिंदा है, इसे तरह परमात्मा की भी कोई जाति पाति नहीं, वो किसी जाति की लिहाज नहीं करता। जो परमात्मा की भगती करता है, परमात्मा उसे दा ही हो जाता है। गुरु नानक देव जी महाराज कहते हैं कि जिन्हें इस भेद नूं समझ लिया है कि परमात्मा एक है, वो सारिਆਂ ਦੇ ਵਿੱਚ विराजमान है। एक तो वो किसी नाल घृणा नहीं करता, द्वैत नहीं रखता गा, वो समाज के जकड़ां तो उपर हुंदा है। कहण लगे मैं उसका दास हाँ, सेवक हाँ। महला दूजा। एक कृष्ण सर्व देवा देव देवता आत्मा आत्मा बास देवस जे को जाने पेओ। नानक तांका दास है सोई निरंजन देओ। हुण आप कहंदे है एक कृष्ण जो सब तो बड़ा परमात्मा है, वही सारिਆਂ ਦਾ देवता है, और वही जीव रूप होके आत्मा सारे जीवां दे विच विराजमान है। कहण लगे जेड़ा इस भेद नूं समझ लैंदा है कि वही परमात्मा जीव रूप होके किस तरह संसार दे विच विचर रहा है, सब की रखिया कर रहा है। जेड़ा इस भेद नूं जानदा है वो जिंदे जी देवता है, और मैं उहदा दास हाँ, सेवक हाँ। ये मसला गल्लां नाल हल नहीं हुंदा गा। गुरु नानक कहंदे गल्ली किने ना पाया, और संत महात्मा अपना तजर्बा ही सानू दसदे है कि किस तरह ख्यालां नूं पवित्र करना है, किस तरह संतां दा दिता होया सिमरन करना है, किस तरह तीसरे तिल ते एकाग्र होना है। जदों असीं तीसरे तिल ते एकाग्र हो जाते हैं और फिर सानू कुछ ना कुछ सोझी आउंदी है, क्योंकि साडे सफर की शुरुआत इत्थों ही हुंदी है। जदों असीं आप दे अंदर परमात्मा नूं देखदे हैं
ਫਿਰ ਸਾਨੂੰ ਉਸ ਸੱਚਾਈ ਦਾ ਪਤਾ ਲੱਗਦਾ ਹੈ ਕਿ ਇਹ ਸਭ ਦੇ ਅੰਦਰ ਹੀ ਬਿਰਾਜਮਾਨ ਹੈ। ਤਾਂ ਮਹਾਤਮਾ ਐਸਾ ਸਤਸੰਗੀ ਜਿੰਦੇ ਜੀ ਦੇਵਤਾ ਹੈ, ਐਸਾ ਸਤਸੰਗੀ ਕਿਸੇ ਦੇ ਨਾਲ ਦੁਆਇਤ ਨਹੀਂ ਕਰ ਸਕਦਾਗਾ ਔਰ ਕਿਸੇ ਨੂੰ ਦੂਸਰਾ ਨਹੀਂ ਸਮਝਦਾ, ਸਭ ਨੂੰ ਪਰਮਾਤਮਾ ਦਾ ਬੱਚਾ ਸਮਝਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਸਾਧ ਕਰਮ ਜੋ ਪੁਰਸ਼ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਜਿਨ੍ਹਾਂ ਲੋਕਾਂ ਨੇ ਨੇਕ ਕਰਮ ਕੀਤੇ ਔਰ ਪਰਮਾਤਮਾ ਦੇ ਜੀਵ ਸਮਝ ਕੇ ਪਿਆਰ ਕੀਤਾ, ਕਿਸੇ ਨੂੰ ਕਸ਼ਟ ਨਹੀਂ ਪਹੁੰਚਾਇਆ ਔਰ ਹਰੇਕ ਦੀ ਮਦਦ ਕੀਤੀ, ਉਹਨਾਂ ਨੂੰ ਲੋਕ ਦੇਵਤੇ ਕਹਿਣ ਲੱਗ ਪਏ। ਜਿਨ੍ਹਾਂ ਨੇ ਆ ਕੇ ਸੰਸਾਰ ਦੇ ਵਿੱਚ ਉਹ ਪਰਮਾਤਮਾ ਦੇ ਜੀਵਾਂ ਤੇ ਅਤਿਆਚਾਰ ਕੀਤਾ ਔਰ ਦੁੱਖ ਦਿੱਤਾ, ਕਹਿਣ ਲੱਗੇ ਉਹਨਾਂ ਨੂੰ ਦੈਂਤ ਕਰਕੇ ਬਿਆਨ ਕੀਤਾ ਗਿਆ ਹੈ। ਕੁੰਭੀ ਬਧਾ ਜਲ ਰਹਿ, ਜਲ ਬਿਨ ਕੁੰਭ ਨ ਹੋਇ। ਨਾਨਕ ਦੇਵ ਜੀ ਮਹਾਰਾਜ ਆਪਣੇ ਪਿਆਰਿਆਂ ਨੂੰ ਦੱਸਦੇ ਆ, ਬਈ ਦੇਖੋ ਪਿਆਰਿਓ, ਘੜਾ ਪਾਣੀ ਤੋਂ ਬਗੈਰ ਬਣ ਨਹੀਂ ਸਕਦਾਗਾ। ਉਹਦੀ ਉਤਪਤੀ ਹੀ ਪਾਣੀ ਦੇ ਵਿੱਚੋਂ ਹੈ, ਲੇਕਿਨ ਜਿਹੜਾ ਪਾਣੀ ਘੜੇ ਦੇ ਵਿੱਚ ਉਹ ਰਹਿ ਸਕਦਾ ਹੈ, ਨਹੀਂ ਤਾਂ ਉਹ ਖਿਲਰ ਜਾਂਦਾ ਹੈ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਪਰ ਗੁਰ ਬਿਨ ਗਿਆਨ ਨਾ ਹੋਏ। ਜਿਸ ਤਰ੍ਹਾਂ ਘੜੇ ਦੇ ਅੰਦਰ ਹੀ ਪਾਣੀ ਰਹਿ ਸਕਦਾ ਹੈ, ਇਸੇ ਤਰ੍ਹਾਂ ਆਪ ਕਹਿੰਦੇ ਤੁਹਾਡਾ ਮਨ ਜੋ ਹਿਰਨ ਦੀ ਤਰ੍ਹਾਂ ਦੁਨੀਆ ਦੇ ਅੰਦਰ ਭਟਕ ਰਿਹਾ ਹੈ, ਦੁਨੀਆ ਦੇ ਪਦਾਰਥਾਂ ਵਾਸਤੇ ਭਟਕ ਰਿਹਾ ਹੈ, ਉਸ ਨੂੰ ਗੁਰੂ ਦਾ ਸ਼ਬਦ, ਗੁਰੂ ਦਾ ਨਾਮ ਹੀ ਥੰਮ ਸਕਦਾ ਹੈ ਔਰ ਟਿਕਾ ਸਕਦਾ ਹੈ। ਜਿਸ ਤਰ੍ਹਾਂ ਘੜੇ ਦੀ ਉਤਪਤੀ ਪਾਣੀ ਤੋਂ ਹੈ, ਪਾਣੀ ਵੀ ਉਹਦੇ ਵਿੱਚ ਹੀ ਰਹਿ ਸਕਦਾ ਹੈ, ਇਸੇ ਤਰ੍ਹਾਂ ਮਾਲਕ ਦੇ ਪਿਆਰਿਆਂ ਦੀ ਵੀ ਉਤਪਤੀ ਪਰਮਾਤਮਾ ਦੇ ਵਿੱਚੋਂ ਹੈ। ਉਹਨਾਂ ਦੇ ਅੰਦਰ ਵੀ ਪਰਮਾਤਮਾ ਹੈ, ਸੇਵਕ ਦੇ ਅੰਦਰ ਵੀ ਪਰਮਾਤਮਾ ਹੈ, ਸੇਵਕ ਵੀ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ। ਲੇਕਿਨ ਇਸ ਦਾ ਫਰਕ ਇਹ ਹੁੰਦਾ ਹੈ ਕਿ ਉਸ ਹਸਤੀ ਨੇ, ਮਹਾਨ ਹਸਤੀ ਨੇ, ਮਹਾਨ ਆਤਮਾ ਨੇ ਉਸ ਨੂੰ ਆਪ ਦੇ ਅੰਦਰ ਪ੍ਰਗਟ ਕਰ ਲਿਆ, ਸੰਸਾਰ ਵਿੱਚ ਉਹਦੀ ਤਾਕਤ ਕੰਮ ਕਰਦੀ ਦੇਖ ਲਈ ਔਰ ਸੇਵਕ ਹਾਲੇ ਉਸ ਕੋਸ਼ਿਸ਼ ਦੇ ਵਿੱਚ ਹੈ। ਲੇਕਿਨ ਜਿਸ ਦਿਨ ਉਹ ਸੇਵਕ ਉਸ ਨੂੰ ਪ੍ਰਗਟ ਕਰ ਲੈਂਦਾ ਹੈ, ਸੇਵਕ ਨੂੰ ਵੀ ਗਿਆਨ ਹੋ ਜਾਂਦਾ ਹੈ ਔਰ ਉਸ ਵਕਤ ਉਹਨਾਂ ਦੇ ਵਿੱਚ ਕੋਈ ਭਿੰਨ ਭੇਸ ਨਹੀਂ ਰਹਿੰਦਾਗਾ, ਸੇਵਕ ਦੇ ਵਿੱਚ, ਸ਼ਿਸ਼ ਦੇ ਵਿੱਚ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਇ। ਪੌੜੀ ਪੜਿਆ ਹੋਵੇ ਗੁਨਾਹਗਾਰ, ਸਾਮੀ ਸਾਧਨ ਮਾਰੀਐ। ਗੁਰੂ ਨਾਨਕ ਜਿਸ ਵੇਲੇ ਆਪਦੇ ਸੇਵਕਾਂ ਨੂੰ ਸਮਝਾ ਰਹੇ ਸੀਗੇ ਕਿ ਪਿਆਰਿਓ, ਬਗੈਰ ਗੁਰੂ ਤੋਂ ਗਿਆਨ ਨਹੀਂ ਹੋ ਸਕਦਾਗਾ, ਬਗੈਰ ਗੁਰੂ ਤੋਂ ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇਗੇ। ਔਰ ਸੇਵਕਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਨੂੰ ਦੱਸੋ, ਪੜ੍ਹਿਆ ਪਰਮਾਤਮਾ ਨੂੰ ਮਿਲਦਾ ਹੈ ਜਾਂ ਅਨਪੜ੍ਹ ਮਿਲ ਜਾਂਦਾ ਹੈ? ਔਰ ਜੇ ਪੜ੍ਹਿਆ ਲਿਖਿਆ ਗਲਤੀ ਕਰੇ ਕਿ ਉਹਦੀ ਗਲਤੀ ਮਾਫ ਹੋ ਜਾਂਦੀ ਹੈ, ਜਾਂ ਕੋਈ ਘੱਟ ਪੜ੍ਹਿਆ ਗਲਤੀ ਕਰੇ ਉਹਦੀ ਮਾਫ ਹੋ ਜਾਂਦੀ ਹੈ? ਇਹ ਜਰਾ ਖੋਲ ਕੇ ਦੱਸੋ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਨਹੀਂ ਬਈ ਐਸਾ ਨਹੀਂ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਏ। ਅਗਰ ਪੜ੍ਹਿਆ ਲਿਖਿਆ ਆਦਮੀ ਗਲਤੀ ਕਰੇਗਾ ਤਾਂ ਉਹਦੇ ਥਾਂ ਅਨਪੜ੍ਹ ਸਾਧੂ ਨੂੰ, ਨਾਮ ਦੀ ਕਮਾਈ ਕਰਨ ਵਾਲੇ ਨੂੰ ਫੜ ਕੇ ਸਜ਼ਾ ਨਹੀਂ ਦਿੱਤੀ ਜਾਂਦੀ। ਜਿਸ ਤਰ੍ਹਾਂ ਆਪਾਂ ਇੱਥੇ ਜਾਣਦੇ ਹੀ ਹੈ ਕਿ ਜਿਹੜਾ ਆਦਮੀ ਕਾਨੂੰਨ ਦਾ ਵਾਕਫਕਾਰ ਹੁੰਦਾ ਹੈ, ਅਗਰ ਉਹ ਗਲਤੀ ਕਰਦਾ ਹੈ ਤਾਂ ਉਹਨੂੰ ਸਜ਼ਾ ਮਿਲਦੀ ਹੈ, ਉਹਦੇ ਥਾਂ ਹੋਰ ਇੱਜ਼ਤ ਨੂੰ ਸਜ਼ਾ ਨਹੀਂ ਮਿਲਦੀਗੀ ਕਿ ਜਿਨ੍ਹਾਂ ਨੂੰ ਉਹ ਕਾਨੂੰਨ ਦਾ ਗਿਆਨ ਹੀ ਨਹੀਂਗਾ, ਗਲਤੀ ਨਹੀਂ ਕੀਤੀ। ਉਹ ਕਹਿਣ ਲੱਗੇ ਪੜ੍ਹੇ ਦਾ ਅਨਪੜ੍ਹੇ ਦਾ ਸਵਾਲ ਨਹੀਂਗਾ, ਇਹ ਤਾਂ ਜੋ ਕੁਛ ਅਸੀਂ ਕਰਮ ਕਰਦੇ ਹਾਂ ਉਹਦਾ ਹੀ ਸਾਨੂੰ ਇਨਾਮ ਮਿਲਣਾ ਹੈ, ਮਾੜੇ ਕਰਮਾਂ ਦਾ ਸਜ਼ਾ ਮਿਲਣੀ ਹੈ, ਚੰਗਾ ਦਾ ਇਨਾਮ ਮਿਲਣਾ ਹੈ। ਜਿਹਾ ਕਾਲੇ ਕਾਲਣਾ ਤੇਰੇ ਨਾਮ ਪਚਾਰੀਐ। ਆਪ ਕਹਿੰਦੇ ਜੈਸੇ ਕੋਈ ਕਰਮ ਕਰਦਾ ਹੈ ਉਹੋ ਜਿਹੀ ਉਸ ਦਾ ਨਾਮ ਪੈ ਜਾਂਦਾ ਹੈ। ਨਾਮ ਜਪਣ ਵਾਲੇ ਨੂੰ ਅਸੀਂ ਸਤਸੰਗੀ ਕਹਿੰਦੇ ਹਾਂ, ਭਗਤ ਕਹਿ ਦਿੰਦੇ ਹੈ, ਸੰਤ ਕਹਿ ਦਿੰਦੇ ਹੈ, ਔਰ ਬੁਰੇ ਕਰਨ ਵਾਲੇ ਦਾ
ਆਪਾਂ ਨੂੰ ਪਤਾ ਹੀ ਹੈ, ਅਸੀਂ ਕਈ ਕਿਸਮ ਦੇ ਉਹਨਾਂ ਦੇ ਨਾਮ ਰੱਖ ਲੈਂਦੇ ਆ, ਔਰ ਜਿਹੇ ਜੀ ਕੋਈ ਕਾਲਣਾ ਕਾਲਦਾ ਉਹੋ ਜਿਹਾ ਉਹਦਾ ਨਾਂ ਪੈ ਜਾਂਦਾ ਹੈ। ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆਰੀਏ। ਸਾਨੂੰ ਐਸੀ ਖੇਡ ਨਹੀਂ ਖੇਡਣੀ ਚਾਹੀਦੀ ਗੀ, ਐਸੇ ਕਰਮ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਅਸੀਂ ਦਰਗਾਹ ਵਿੱਚ ਜਾ ਕੇ ਉਸ ਪਰਮਾਤਮਾ ਦੇ ਅੱਗੇ ਸ਼ਰਮਿੰਦੇ ਹੋ ਕੇ ਖੜੀਏ ਔਰ ਉੱਥੇ ਸਾਡੀ ਹਾਰ ਹੋਵੇ। ਵਿਚਾਰ ਵਿਚਾਰੀਏ। ਪਰਮਾਤਮਾ ਦੇ ਦਰਬਾਰ ਵਿੱਚ ਪੜ੍ਹੇ ਔਰ ਅਣਪੜ੍ਹੇ ਦਾ ਵਿਚਾਰ ਹੁੰਦਾ ਹੈ। ਜੈਸਾ ਕਿਸੇ ਦਾ ਕਰਮ ਕਮਾਇਆ ਹੁੰਦਾ ਹੈ ਵੈਸਾ ਹੀ ਉਸ ਨੂੰ ਉੱਥੇ ਸਜ਼ਾ ਜਾਂ ਇਨਾਮ ਮਿਲਦਾ ਹੈ। ਮੋਹਿ ਚਲੈ ਸੋ ਅਗੇ ਮਾਰੀਏ। ਮੋਹਿ ਚਲੈ ਸੋ ਅਗੇ ਮਾਰੀਏ। ਕਹਿੰਦੇ ਕਿ ਸਾਹ ਦਾ ਉਸ ਪਰਮਾਤਮਾ ਨੇ ਹਿਸਾਬ ਲੈਣਾ ਹੈ। ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ, ਕਿਸੇ ਨਾਲ ਪਿਆਰ ਨਹੀਂ, ਔਰ ਉਹ ਸਾਡੇ ਕਰਮ ਕਰਤੂਤ ਦੇਖਦਾ ਹੈ। ਅਗਰ ਅਸੀਂ ਭੈੜੇ ਖੋਟੇ ਕਰਮ ਕਰਕੇ ਜਾਂਦੇ ਹਾਂ, ਮੂੰਹ ਚੱਲਾ ਸੋ ਅੱਗੇ ਮਾਰੀਏ, ਅੱਗੇ ਜਮਦੂਤ ਆ ਕੇ ਸਾਨੂੰ ਮਾਰਦੇ ਹੈ, ਉਸ ਵੇਲੇ ਅਸੀਂ ਪਛਤਾਨੇ ਹਾਂ। ਸਾਨੂੰ ਵੀ ਚਾਹੀਦਾ ਹੈ ਗੁਰੂ ਨਾਨਕ ਜੀ ਦੇ ਕਹਿਣ ਦੇ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰੀਏ ਔਰ ਸਦਾ ਹੀ ਉਸ ਪਰਮਾਤਮਾ ਦੀ ਭਗਤੀ ਵਿੱਚ ਲੱਗੇ ਰਹੀਏ, ਆਪਣੇ ਜੀਵਨ ਨੂੰ ਸਫਲ ਬਣਾਈਏ।